ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅਸੀਂ ਅੱਜ ਦੇ ਚੰਗੇ ਔਰ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਪਰਮੇਸ਼ਰ ਦਾ ਧੰਨਵਾਦ ਹੋ। ਕੱਲ੍ਹ ਵੀ ਅਸੀਂ ਸਵੇਰ 11 ਵਜੇ ਤੋਂ ਲੈ ਕੇ ਜਿੰਨੀ ਦੇਰ ਵੀ ਪਰਮੇਸ਼ਰ ਨੇ ਇਜਾਜ਼ਤ ਦਿੱਤੀ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਸੁਣਿਆ ਔਰ ਅੱਜ ਇੱਕ ਵਾਰ ਫੇਰ ਪ੍ਰਭੂ ਨੇ ਸਾਨੂੰ ਆਪਣੇ ਕਦਮਾਂ 'ਚ ਬਿਠਾਇਆ ਆ। ਪਰਮੇਸ਼ਰ ਦਾ ਵਚਨ ਸੁਣ ਲਈ ਜਾ ਰਹੇ ਹਾਂ ਅਸੀਂ ਤਾਂ ਸਭ ਆਪਣੇ ਆਪ ਨੂੰ ਪਵਿੱਤਰ ਆਤਮਾ ਦੇ ਕੰਟਰੋਲ 'ਚ ਦੇਣਾ ਤਾਂ ਕਿ ਅਸੀਂ ਵਚਨ ਸੁਣਨ ਦੇ ਦਰਮਿਆਨ ਮਾਨਸਿਕ ਤੌਰ ਤੇ ਵੀ ਔਰ ਸਰੀਰਕ ਤੌਰ ਤੇ ਵੀ ਪਰਮੇਸ਼ਰ ਦੀ ਹਜ਼ੂਰੀ 'ਚ ਹਾਜ਼ਰ ਰਹੀਏ। ਇਹ ਨਾ ਹੋਏ ਕਿ ਸ਼ੈਤਾਨ ਸਾਡੇ ਦਿਮਾਗਾਂ ਦੇ ਵਿੱਚ ਅਲੱਗ-ਅਲੱਗ ਸੋਚਾਂ ਦੇ ਦੁਆਰਾ ਕੰਮ ਕਰੇ, ਬੈਠੇ ਅਸੀਂ ਇੱਥੇ ਹੀ ਹੋਈਏ ਔਰ ਦਿਮਾਗੀ ਤੌਰ ਤੇ ਅਸੀਂ ਕਿਤੇ ਹੋਰ ਹੀ ਘੁੰਮਦੇ ਹੋਈਏ। ਇਸ ਕਾਰਨ ਪ੍ਰਭੂ ਦਾ ਵਚਨ ਸੁਣ ਲਈ ਜਾ ਰਹੇ ਹਾਂ। ਤਾਂ ਅੱਜ ਦਾ ਵਿਸ਼ਾ ਜੋ ਤੁਸੀਂ ਆਪਣੇ ਇਹਨਾਂ ਮੋਬਾਈਲਾਂ ਤੇ ਦੇਖ ਸਕਦੇ ਹੋ, ਵਿਸ਼ਾ ਆ ਸ਼ੈਤਾਨ ਸਾਨੂੰ ਜ਼ਬਰਦਸਤੀ ਨਹੀਂ ਝੁਕਾ ਸਕਦਾ। ਸ਼ੈਤਾਨ ਸਾਨੂੰ ਜ਼ਬਰਦਸਤੀ ਨਹੀਂ ਝੁਕਾ ਸਕਦਾ। ਇੱਕ ਮਸੀਹੀ ਦੇ ਉੱਤੇ, ਇੱਕ ਮੁਕਤੀ ਪਾਏ ਦੇ ਉੱਤੇ ਸ਼ੈਤਾਨ ਦਾ ਜ਼ਬਰਦਸਤੀ ਵਾਲਾ ਹਥਿਆਰ ਨਹੀਂ ਚੱਲ ਸਕਦਾ। ਸ਼ੈਤਾਨ ਸਾਡਾ ਆਮਣੇ ਸਾਹਮਣੇ ਮੁਕਾਬਲਾ ਨਹੀਂ ਕਰ ਸਕਦਾ। ਇਸ ਕਾਰਨ ਯਾਦ ਰੱਖੋ, ਮਸੀਹੀ ਜੋ ਨੇ, ਜੋ ਆਤਮਾ ਦੀ ਅਗਵਾਈ ਦੇ ਨਾਲ ਚੱਲਦੇ ਨੇ, ਜੋ ਪਵਿੱਤਰ ਆਤਮਾ ਦੇ ਅਨੁਸਾਰ ਔਰ ਵਚਨਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ, ਉਹ ਖਾਸ ਕਰਕੇ ਯਾਦ ਰੱਖਣ ਕਿ ਸ਼ੈਤਾਨ ਸਾਨੂੰ ਜ਼ਬਰਦਸਤੀ ਨਹੀਂ ਝੁਕਾ ਸਕਦਾ। ਅਸੀਂ ਖੁਦ ਹੀ ਸ਼ੈਤਾਨ ਨੂੰ ਮੌਕਾ ਦੇਵਾਂਗੇ ਤੇ ਫੇਰ ਹੀ ਸ਼ੈਤਾਨ ਸਾਨੂੰ ਝੁਕਾਏਗਾ। ਨਹੀਂ ਤੇ ਸ਼ੈਤਾਨ ਦੀ ਚਾਲਾਕੀ, ਸ਼ੈਤਾਨ ਦੀਆਂ ਯੁਕਤੀਆਂ ਸਾਡੇ ਉੱਤੇ ਫੇਲ ਹੋਣਗੀਆਂ। तो आइए एक वचन मैं पढ़ांगा, यूहन्ना दी इंजील 8 बाब 32 और 33 वचन। यूहन्ना दी इंजील 8 बाब 32 और 33 वचन। और सच्चाई ਨੂੰ ਜਾਣੋਗੇ, ਕਹਿੰਦੇ ਜੇਕਰ ਤੁਸੀਂ ਸੱਚਾਈ ਨੂੰ ਜਾਣੋਗੇ ਨਾ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਮਤਲਬ ਕਿ ਜਿੱਦਣ ਤੁਸੀਂ ਤੋਬਾ ਕੀਤੀ ਆ, ਬਪਤਿਸਮਾ ਲੈ ਲਿਆ, ਜਾਂ ਜਿੱਦਣ ਪਰਮੇਸ਼ਰ ਨੂੰ ਆਪਣਾ ਜੀਵਨ ਤੁਸੀਂ ਦੇ ਦਿੱਤਾ ਆ, ਉਦਨ ਸ਼ੈਤਾਨ ਦੀ ਹਰ ਚਾਲ ਤੋਂ, ਸ਼ੈਤਾਨ ਦੀ ਹਰ ਗੁਲਾਮੀ ਤੋਂ ਤੁਸੀਂ ਆਜ਼ਾਦ ਕਰ ਦਿੱਤੇ ਗਏ ਹੋ। ਫਿਰ ਸ਼ੈਤਾਨ ਤੋਂ ਡਰਨ ਦੀ ਲੋੜ ਨਹੀਂ ਆ। ਮੇਨ ਗੱਲ, ਸਚਾਈ ਨੂੰ ਜਾਣੋਗੇ ਤੇ ਸਚਾਈ ਕੀ ਕਰੇਗੀ? ਆਜ਼ਾਦ ਕਰੇਗੀ। ਫਿਰ ਸ਼ੈਤਾਨ ਤੋਂ ਡਰਨ ਦੀ ਲੋੜ ਨਹੀਂ ਆ। ਜੇ ਡਰਨ ਦੀ ਲੋੜ ਆ ਤੇ ਉਹ ਆ ਯਹੋਵਾ ਪਰਮੇਸ਼ਰ ਦੇ ਕੋਲੋਂ। ਵਚਨ ਕਹਿੰਦਾ ਹਰ ਵੇਲੇ ਯਹੋਵਾ ਤੋਂ ਡਰ। ਕਹਿੰਦਾ ਇਸ ਕਾਰਨ ਸਚਾਈ ਨੂੰ ਜਾਣੋਗੇ ਤੇ ਸਚਾਈ ਤੁਹਾਨੂੰ ਕੀ ਕਰੇਗੀ? ਆਜ਼ਾਦ ਕਰੇਗੀ। ਹਾਂ, ਉਹਨਾਂ ਉੱਤਰ ਦਿੱਤਾ ਕਿ ਅਸੀਂ ਅਬਰਾਹਮ ਦੀ ਅੰਸ਼ ਹਾਂਗੇ। ਅੱਗੋਂ ਯਿਸੂ ਮਸੀਹ ਨੂੰ ਕੀ ਜਵਾਬ ਦਿੰਦੇ ਨੇ? ਕਹਿੰਦੇ ਅਸੀਂ ਅਬਰਾਹਮ ਦੀ ਅੰਸ਼ ਹਾਂ, ਔਰ ਕਦੇ ਕਿਸੇ ਦੇ ਗੁਲਾਮੀ ਵਿੱਚ ਨਹੀਂ ਰਹੇ। ਪਰ ਕਦੇ ਕਿਸੇ ਦੀ ਕੀ ਨਹੀਂ ਰਹੇ? ਗੁਲਾਮੀ 'ਚ ਨਹੀਂ ਰਹੇ। ਇਹ ਸਰੀਰਕ ਤੌਰ ਤੇ ਗੱਲ ਕਰ ਰਹੇ ਨੇ, ਪਰ ਆਪਣੇ ਵਿਚਾਰਾਂ ਦੇ ਦੁਆਰਾ, ਆਪਣੀਆਂ ਸੋਚਾਂ ਦੇ ਦੁਆਰਾ, ਆਪਣੀਆਂ ਯੁਕਤੀਆਂ ਦੇ ਦੁਆਰਾ ਸ਼ੈਤਾਨ ਤੁਹਾਨੂੰ ਆਪਣੇ ਗੁਲਾਮ ਬਣਾ ਸਕਦਾ ਹੈ। ਅਸੀਂ ਇਹਨਾਂ ਨੂੰ ਨਾ ਘਮੰਡ 'ਚ ਰਹੀਏ ਕਿ ਅਸੀਂ ਅਬਰਾਹਮ ਦੀ ਸੰਤਾਨ ਹੈ, ਅਸੀਂ ਕਦੀ ਗੁਲਾਮ ਨਹੀਂ ਰਹੇ। ਤੇ ਜੇ ਗੁਲਾਮ ਨਹੀਂ ਸੀ ਤੇ ਯਿਸੂ ਮਸੀਹ ਨੇ ਕੋੜੇ ਲੈ ਕੇ ਇਹਨਾਂ ਨੂੰ ਕੱਢਿਆ ਕਿਉਂ? ਜੇ ਗੁਲਾਮ ਨਹੀਂ ਸੀ ਤੇ ਯਿਸੂ ਮਸੀਹ ਕਿਉਂ ਇਹਨਾਂ ਨੂੰ ਕਹਿੰਦਾ ਸੀ ਹੇ ਸੱਪਾਂ ਦੇ ਬੱਚਿਓ? ਜੇ ਗੁਲਾਮ ਨਹੀਂ ਸੀ ਤੇ ਯਿਸੂ ਮਸੀਹ ਕਿਉਂ ਕਹਿੰਦਾ ਸੀ ਤੁਹਾਨੂੰ ਆਉਣ ਵਾਲੀ ਸਜ਼ਾ ਤੋਂ ਬਚਣਾ ਕਿੰਨੇ ਦੱਸ ਦਿੱਤਾ? ਜੇ ਗੁਲਾਮ ਨਹੀਂ ਸੀ ਤੇ ਵਚਨ ਕਿਉਂ ਕਹਿੰਦਾ ਸੀ ਹਾਏ ਤੁਹਾਡੇ ਉੱਤੇ? ਮੇਰੇ ਪਿਆਰਿਓ, ਅਸੀਂ ਗੁਲਾਮ ਨਹੀਂ ਆ ਔਰ ਨਾ ਹੀ ਗੁਲਾਮ ਹੋ ਸਕਦੇ ਆ ਜੇਕਰ ਤੁਸੀਂ ਆਤਮਾ 'ਚ ਸੁਚੇਤ ਰਹੋ। ਤੇ ਜੇ ਆਤਮਾ 'ਚ ਜਾਗਦੇ ਰਹੋ ਤੇ ਕਦੇ ਵੀ ਸ਼ੈਤਾਨ ਦੀ ਗੁਲਾਮੀ ਦੇ ਵਿੱਚ ਨਹੀਂ ਆਓਗੇ। ਜਿੱਦਣ ਅਸੀਂ ਆਤਮਿਕ ਤੌਰ ਤੇ ਸੌਂ ਜਾਂਦੇ ਆ ਤਾਂ ਤੇ ਪਰਮੇਸ਼ਰ ਦਾ ਵਚਨ ਕਹਿੰਦਾ ਜਾਗਦੇ ਰਹੋ ਤੇ ਪ੍ਰਾਰਥਨਾ ਕਰਦੇ ਰਹੋ, ਕਿਤੇ ਕੀ ਨਾ ਕਰੋ, ਕਿਤੇ ਪਰਤਾਵੇ 'ਚ ਨਾ ਪੈ ਜਾਓ। ਜਿੱਦਣ ਤੁਸੀਂ
ਧਿਆਨ ਹਟਾ ਦਿੱਤਾ, ਜਿੱਦਣ ਤੁਹਾਡੇ ਧਿਆਨ ਇੱਧਰ ਉੱਧਰ ਚਲੇ ਗਏ, ਜਾਂ ਜਿੱਦਣ ਤੁਸੀਂ ਆਤਮਿਕ ਜੀਵਨ ਨੂੰ ਗੰਭੀਰਤਾ ਦੇ ਨਾਲ ਜਾਂ ਸੀਰੀਅਸ ਨਹੀਂ ਲਿਆ, ਉਦੋਂ ਹੀ ਤੁਹਾਡੇ ਆਤਮਿਕ ਜੀਵਨ ਉੱਪਰ ਸ਼ੈਤਾਨ ਪ੍ਰਹਾਰ ਕਰਨਾ ਸ਼ੁਰੂ ਕਰ ਦੇਵੇਗਾ। ਇਸ ਕਰਕੇ ਸੱਚਾਈ ਨੂੰ ਜਾਣੋ। ਸ਼ੈਤਾਨ ਤੋਂ ਡਰਨ ਦੀ ਲੋੜ ਨਹੀਂ ਆ, ਸ਼ੈਤਾਨ ਦਾ ਸਾਹਮਣਾ ਕਰਨ ਦਾ ਆਤਮਾ ਦੇ ਦਿੱਤਾ ਗਿਆ ਆ। ਔਰ ਸ਼ੈਤਾਨ ਸਾਡੇ ਤੇ ਜ਼ਬਰਦਸਤੀ ਕਰ ਵੀ ਨਹੀਂ ਸਕਦਾ, ਕਿਉਂਕਿ ਹੁਣ ਅਸੀਂ ਆਜ਼ਾਦ ਹਾਂ, ਹੁਣ ਅਸੀਂ ਉਹਦੇ ਗੁਲਾਮ ਨਹੀਂ। ਉਹਨੂੰ ਪਤਾ ਪਰਮੇਸ਼ਰ ਨੇ ਆਪਣੇ ਬਲਵੰਤ ਹੱਥ ਦੇ ਨਾਲ ਸਾਨੂੰ ਬਚਾ ਲਿਆ ਆ। ਉਹਨੂੰ ਪਤਾ ਹੁਣ ਜਿਹੜਾ ਇਹਨਾਂ ਦੇ ਅੰਦਰ ਆਤਮਾ ਆ, ਜਿਸ ਆਤਮਾ ਦੀ ਅਗਵਾਈ ਦੇ ਨਾਲ ਇਹ ਚੱਲ ਰਹੇ ਨੇ, ਉਹ ਆਤਮਾ ਬਲਵੰਤ ਆਤਮਾ ਆ। ਸਚਾਈ ਨੂੰ ਜਾਣੋਗੇ ਤੇ ਸਚਾਈ ਤੁਹਾਨੂੰ ਕੀ ਕਰੇਗੀ? ਆਜ਼ਾਦ ਕਰੇਗੀ। ਮੱਤੀ ਦੀ ਇੰਜੀਲ 6 ਬਾਬ 18 ਵਚਨ ਪੜ੍ਹੀਏ। 6 ਬਾਬ 18 ਵਚਨ। ਤੂੰ ਮਨੁੱਖਾਂ ਨੂੰ ਨਹੀਂ, ਪਰ ਆਪਣੇ ਪਿਤਾ ਨੂੰ ਜਿਹੜਾ ਗੁਪਤ ਵਿੱਚ ਹੈ ਵਰਤੀ ਮਾਲੂਮ ਹੋਵੇ। ਮੱਤੀ ਦੀ ਇੰਜੀਲ 16 ਬਾਬ, ਮੱਤੀ ਦੀ ਇੰਜੀਲ 16 ਬਾਬ 18 ਵਚਨ। ਅਤੇ ਮੈਂ ਵੀ ਤੈਨੂੰ ਆਖਦਾ ਹਾਂ। ਇੱਥੇ ਪਤਰਸ ਨੂੰ ਪ੍ਰਭੂ ਯਿਸੂ ਮਸੀਹ ਇੱਕ ਗੱਲ ਕਹਿ ਰਿਹਾ, ਕਹਿੰਦਾ ਔਰ ਮੈਂ ਵੀ ਤੈਨੂੰ ਇੱਕ ਗੱਲ ਆਖਦਾ ਹਾਂ, ਜੋ ਤੂੰ ਪਤਰਸ ਹੈ, ਜੋ ਤੂੰ ਪਤਰਸ ਹੈ, ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ। ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ, ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਾ ਚੱਲੇਗਾ। ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵੀ ਵਸ ਨਹੀਂ ਚੱਲੇਗਾ। ਕਹਿੰਦਾ ਦੇਖ ਤੂੰ ਪਤਰਸ ਹੈ, तो मैं इस पत्थर उत्ते की बनावांगा, और पताल दे फाटकां दा की नहीं चलेगा, उहदे ते वस नहीं चलेगा। कहण दा मतलब कि ये दुनिया ते की, ये चाहे दुनिया पूरा शैतान पूरा साम्राज्य दे नाल अपना जोर क्यों ना ला ले, ये दुनिया ते की पताल भी एक विश्वासी नूं हिला नहीं सकते। ऐसी ताकत तुहानू दे दी गई है। कहता तू पतरस है ते इस पत्थर ते मैं की बनावांगा, ते पताल दे फाटक उहदे ते की नहीं होणगे। मेरे प्यारे, पताल दे फाटक जां नरक जां अधोलोक भी तुहाडे उत्ते भारी नहीं पै सकदा। तुसी उस पत्थर उत्ते प्रभु यीशु मसीह दी नींह उत्ते तुसी खड़े हो। इस करके बेकार दे विच एवें ही शैतान तो डरना छड्ड दईए। शैतान तुहानू जबरदस्ती नहीं चुका सकता, वो अपने छल छरिंदां दे द्वारा ही तुहाडे कोल आवेगा। एक वचन पढ़िए रोमिया 8:15। रोमिया 8 बाब 15 आयत। क्यों जो तुहानू गुलामी दा आत्मा नहीं मिलिया, क्यों जो तुहानू गुलामी दा आत्मा नहीं मिलिया, जो फिर मुड़ के डरो, फिर मुड़ के दोबारा डरो, सगों ले पालक पुत्र आत्मा मिलिया। हाँ, जिस करके असी अब्बा हे पिता पुकारदे हां। कहता हुण साडे कोल गुलामी दा आत्मा नहीं आ, हुण साडे कोल लिपालक पुत्र होण दा आत्मा है, जो सानू ये अधिकार दिंदा आ कि असी सर्वशक्तिमान परमेश्वर नू अब्बा जां हे पिता की कर सकदे हां, पुकार सकदे हां। हुण ये जिहड़ा साडे अंदर आत्मा आ, वो दोबारा गुलाम नहीं हो सकता। ये गुलामी दा आत्मा नहीं आ, बल्कि साडे अंदर वो आत्मा आ गया आ जिहदे द्वारा असी परमेश्वर नू अपना पिता जां हे अब्बा कह के की कर सकदे ओनू बुला सकदे। भाव की परमेश्वर दे पुत्र होण दा आत्मा साडे अंदर आ गया आ। ते परमेश्वर दे पुत्र होण दा मतलब, परमेश्वर दे पुत्र कहाउण दा मतलब, परमेश्वर दा पुत्र शैतान नू घुटनियां दे खड़ा करदा आ। परमेश्वर दा पुत्र शैतान दी किसी भी जुगती अगे झुकदा नहीं। परमेश्वर दा पुत्र शैतान नू अपने अगे झुकाउंदा आ। यह है तुहाडे अंदर आया होया आत्मा। शैतान सानू जबरदस्ती झुका नहीं सकता। बाइबल दे विच हुण असीं एक दो उदाहरणां वेखांगे कि शैतान ने जबरदस्ती नहीं की, शैतान जबरदस्ती नहीं कर सकता, पर हुंदा की आ। तो आइए पढ़ते हैं याकूब दी पत्री 1 बाब 12 तो लैके 15 तक। शैतान दे जाल च फसन दे जां झुकण दे कारण की ने? याकूब दी पत्री 1 बाब
12, 13, 14 और 15 है। ਤਾਨੂੰ ਮਨੁੱਖ ਪਰਤਾਵੇ ਨੂੰ ਸਹਿ ਲੈਂਦਾ हाँ, ਹੈ। इस रखियो विषय साडा शैतान सानू जबरदस्ती चुका नहीं सकता। वचन पढ़ रहे असी याकूब 1:12 ਤੋਂ। ਹਾਂਜੀ, ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ, ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਕੀ ਕਰ ਲੈਂਦਾ ਹੈ, ਸਹਿ ਲੈਂਦਾ ਹੈ। ਹਾਂ ਕਿਉਂਕਿ ਜਾਂ ਖਰਾ ਨਿਕਲਿਆ ਹਾਂ, ਤਾਂ ਉਹਨੂੰ ਜੀਵਨ ਦਾ ਉਹ ਮੁਕਤ ਪ੍ਰਾਪਤ ਹੋਵੇਗਾ ਜਾਂ ਉਹ ਖਰਾ ਨਿਕਲਿਆ ਤੇ ਉਹਨੂੰ ਜੀਵਨ ਦਾ ਉਹ ਮੁਕਤ ਪ੍ਰਾਪਤ ਹੋਵੇਗਾ ਜਿਹਦਾ ਪ੍ਰਭੂ ਨੇ ਆਪਣਿਆਂ ਪ੍ਰੇਮੀਆਂ ਨਾਲ ਵਾਅਦਾ ਕੀਤਾ ਹੈ। ਜਿਹਦਾ ਪ੍ਰਭੂ ਨੇ ਆਪਣੇ ਪ੍ਰੇਮੀਆਂ ਨੂੰ ਦੇਣ ਦਾ ਕੀ ਕੀਤਾ ਸੀ, ਵਾਅਦਾ ਕੀਤਾ ਸੀ। ਹਾਂ ਕੋਈ ਮਨੁੱਖ ਜਦ ਪਰਤਾਇਆ ਜਾਵੇ ਹਾਂ, ਕਹਿੰਦਾ ਕੋਈ ਮਨੁੱਖ ਜਦੋਂ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਉਹ ਇਹ ਨਾ ਕਵੇ ਭਈ ਮੈਂ ਪਰਮੇਸ਼ਰ ਵੱਲੋਂ ਪਰਤਾਇਆ ਜਾਂਦਾ ਕਿ ਹਾਂ। ਮੈਨੂੰ ਪਰਮੇਸ਼ਰ ਪਰਤਾ ਰਿਹਾ ਹੈ। ਹਾਂ, ਕਿਉਂ? ਤੋਂ ਪਰਤਾਇਆ ਨਹੀਂ ਜਾਂਦਾ। ਪਰਮੇਸ਼ਰ ਕਿਸੇ ਨੂੰ ਪਾਪ ਕਰਕੇ ਦੇ ਦੁਆਰਾ ਪਰਤਾਉਂਦਾ ਨਹੀਂ ਆ। ਪਰਮੇਸ਼ਰ ਕਿਸੇ ਦੇ ਜੀਵਨ ਦੇ ਵਿੱਚ ਗਲਤੀ ਨਹੀਂ ਭੇਜਦਾ। ਇਹ ਨਾ ਸੋਚੋ ਗਲਤੀ ਕਰਕੇ ਕਿ ਪਰਮੇਸ਼ਰ ਨੇ ਮੈਨੂੰ ਪਰਤਾਇਆ। ਪਰਮੇਸ਼ਰ ਗਲਤੀਆਂ ਦੇ ਦੁਆਰਾ ਨਹੀਂ ਪਰਤਾਉਂਦਾ ਕਿਸੇ ਨੂੰ। ਹਾਂਜੀ, ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ ਔਰ ਨਾ ਹੀ ਉਹ ਆਪ ਕਿਸੇ ਨੂੰ ਪਾਪ 'ਚ ਸੁੱਟਦਾ ਆ। ਹਾਂ, ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਪਰ ਹੈ ਯਾਦ ਰੱਖੋ ਵਚਨ ਕੀ ਕਹਿੰਦਾ, ਹਰ ਕੋਈ ਤਾਂ ਹੀ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਜਦੋਂ ਤੁਹਾਡੇ ਅੰਦਰ ਕੋਈ ਕਾਮਨਾ ਆ ਜਾਂਦੀ ਆ, ਜਦੋਂ ਤੁਹਾਡੇ ਅੰਦਰ ਕੋਈ ਪਾਪ ਦੀ ਇੱਛਾ ਆ ਜਾਂਦੀ ਆ, ਜਦੋਂ ਤੁਹਾਡੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵੀ ਸਰੀਰਕ ਲਾਲਚ ਜਾਂ ਆਤਮਿਕ ਲਾਲਚ ਆ ਜਾਂਦਾ ਆ। ਇਹਨਾਂ ਕਾਮਨਾ ਦੇ ਦੁਆਰਾ ਹੀ ਅਸੀਂ ਫਸਦੇ ਹਾਂ। ਦੁਬਾਰਾ ਪੜ੍ਹੀਏ। ਹਰ ਕੋਈ ਤਦੇ ਪਰਤਾਇਆ ਜਾਂਦਾ ਕਹਿੰਦਾ ਹੈ ਹਰ ਕੋਈ, ਕਹਿਣ ਦਾ ਮਤਲਬ ਜਿਹੜਾ ਵੀ ਕੋਈ ਕਹਿੰਦਾ ਪਰਤਾਇਆ ਗਿਆ ਨਾ, ਉਹ ਤਾਂ ਹੀ ਪਰਤਾਇਆ ਗਿਆ। ਹਾਂ, ਜਦੋਂ ਆਪਣੀ ਹੀ ਕਾਮਨਾ ਨਾਲ ਜਦੋਂ ਲੁਭਾਇਆ ਉਹਦੇ ਅੰਦਰ ਕੋਈ ਆਪਣੀ ਹੀ ਕਾਮਨਾ ਆ ਗਈ, ਜਦੋਂ ਉਹਦੇ ਅੰਦਰ ਕਿਸੇ ਕਾਮਨਾ ਨੇ ਘਰ ਬਣਾ ਲਿਆ, ਜਦੋਂ ਉਹ ਕਾਮਨਾ ਨੂੰ ਬਾਹਰ ਨਹੀਂ ਕੱਢ ਸਕਿਆ, ਆਪਣੀ ਹੀ ਕਾਮਨਾ, ਕਈ ਤਰ੍ਹਾਂ ਦੀ ਕਾਮਨਾ ਹੋ ਸਕਦੀਆਂ। ਤੁਸੀਂ ਅੱਜ ਆਪਣੇ ਜੀਵਨ ਨੂੰ ਜਾਂਚੋਗੇ ਤਾਂ ਤੁਹਾਡੇ ਅੰਦਰ ਕਈ ਤਰ੍ਹਾਂ ਦੀਆਂ ਕਾਮਨਾ ਨੇ, ਕਈ ਤਰ੍ਹਾਂ ਦੀਆਂ ਇੱਛਾਵਾਂ ਨੇ, ਕਈ ਤਰ੍ਹਾਂ ਦੇ ਮੋਹ ਨੇ, ਜਿਹੜੇ ਤੁਹਾਨੂੰ ਇੱਕ ਦਿਨ ਨਰਕ ਦੀ ਗੱਲ ਲੈ ਜਾਣਗੇ। ਆਪਣੀ ਹੀ ਕਾਮਨਾ ਦੇ ਨਾਲ, ਹਾਂ, ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਪੁਚਲਾਇਆ ਜਾਂਦਾ ਹੈ। ਆਪਣੀ ਹੀ ਕਾਮਨਾ ਦੇ ਨਾਲ ਉਹ ਪਹਿਲਾਂ ਲੁਭਾਇਆ ਜਾਂਦਾ ਆ। ਤੁਹਾਡੀ ਹਰੇਕ ਦੀ ਆਪੋ ਆਪਣੀ ਕਾਮਨਾ ਹੋਏਗੀ। ਕਿਸੇ ਦੀ ਲਾਲਚ ਦੀ ਕਾਮਨਾ, ਕਿਸੇ ਦੀ ਅਡਲਟਰੀ ਦੀ ਕਾਮਨਾ, ਕਿਸੇ ਦੀ ਕਿਸੇ ਤਰੀਕੇ ਦੀ ਕਾਮਨਾ, ਕਿਸੇ ਦੀ ਮਸ਼ਹੂਰ ਹੋਣ ਦੀ ਕਾਮਨਾ, ਕਿਸੇ ਦੀ ਅਲੱਗ-ਅਲੱਗ ਤਰੀਕੇ ਦੀ ਕਾਮਨਾ ਆ। ਇਹ ਕਾਮਨਾਵਾਂ ਤੁਹਾਨੂੰ ਪਹਿਲਾਂ ਭਰਮਾਉਣਗੀਆਂ। ਹਰੇਕ ਕਾਮਨਾ ਦੇ ਨਾਲ, ਪੜੋ, ਜਦੋਂ ਆਪਣੀ ਕਾਮਨਾ ਨਾਲ ਲੁਭਾਇਆ ਅਤੇ ਇਹ ਕਾਮਨਾਵਾਂ ਤੁਹਾਨੂੰ ਲੁਭਾਉਣਗੀਆਂ। ਤੁਸੀਂ ਬਾਜ਼ਾਰ ਜਾਂਦੇ ਹੋ, ਜਦੋਂ ਤੁਸੀਂ ਅੱਜ ਕੱਲ ਤੇ ਸ਼ੋਰੂਮ ਬੰਦ ਨੇ, ਤੋਂ ਪਹਿਲਾਂ ਸ਼ੋਰੂਮ ਅੱਗੋਂ ਲੰਘਦੇ ਸੀ ਜਾਂ ਮਠਾਈਆਂ ਦੀ ਦੁਕਾਨ ਤੋਂ ਲੰਘਦੇ ਜਾਂ ਬੇਕਰੀ ਦੇ ਅੱਗੋਂ ਲੰਘਦੇ ਸੀ, ਉਹਨਾਂ ਨੇ ਕੀ ਕੀਤਾ ਸੀ, ਵਧੀਆ ਵਧੀਆ ਪ੍ਰੋਡਕਟ ਡਿਸਪਲੇ ਕਰਕੇ ਰੱਖੇ ਨੇ। ਕੱਪੜੇ ਵਾਲੀ ਦੁਕਾਨਦਾਰਾਂ ਨੇ ਕੱਪੜਿਆਂ ਦੇ ਡਮੀਆਂ ਬਣਾ ਕੇ ਉਹਨਾਂ ਦੇ ਵਧੀਆ ਵਧੀਆ ਕੱਪੜੇ ਲਾਏ ਨੇ। ਜੇ ਤੁਸੀਂ ਬਾਹਰੋਂ ਦੇਖਦੇ ਹੋ, ਤੁਹਾਡੇ ਅੰਦਰ ਕਾਮਨਾ ਆਉਂਦੀ ਆ, ਮੈਂ ਵੀ ਇਹੋ ਜਿਹਾ ਲੈਣਾ ਚਾਹੁੰਦਾ ਆ, ਮੈਂ ਵੀ ਐਸੀ ਡਰੈਸ ਲੈਣਾ ਚਾਹੁੰਦੀ ਆ। ਫਿਰ ਉਹ ਕਾਮਨਾ ਦੇ ਵਿੱਚ ਉਹ ਤੁਹਾਨੂੰ ਕਾਮਨਾ ਜਦੋਂ ਅਟਰੈਕਟ ਕਰਦੀ ਆ, ਖਿੱਚਦੀ ਆ, ਫਿਰ ਤੁਸੀਂ ਉਸ ਕਾਮਨਾ ਨੂੰ ਪੂਰਾ ਵੀ ਕਰਦੇ ਹੋ। ਇਸ ਤਰ੍ਹਾਂ ਅਲੱਗ-ਅਲੱਗ ਡਿਸਪਲੇ ਲਾ ਕੇ ਤੁਸੀਂ, ਜਦੋਂ ਦੁਕਾਨਦਾਰ ਵੀ ਜਾਂ ਬਿਜ਼ਨਸਮੈਨ ਵੀ ਲੋਕਾਂ ਨੂੰ ਅਟਰੈਕਟ ਕਰਦੇ ਨੇ, ਉਹਨਾਂ ਨੂੰ ਖਿੱਚਦੇ ਨੇ। ਇਸ ਤਰ੍ਹਾਂ ਸ਼ੈਤਾਨ ਦਾ ਖਿੱਚਣ ਦਾ ਇੱਕ ਹਥਿਆਰ ਆ ਕਾਮਨਾ। ਉਹ ਤੁਹਾਡੇ ਸਰੀਰ ਦੀ ਕਾਮਨਾ ਹੋ ਸਕਦੀ ਆ, ਉਹ ਤੁਹਾਡੇ ਅੰਦਰ ਕਈ ਤਰੀਕੇ ਦੀਆਂ ਕਾਮਨਾਵਾਂ ਹੋ ਸਕਦੀਆਂ ਨੇ। ਉਹਨਾਂ ਕਾਮਨਾਵਾਂ ਦੇ ਦੁਆਰਾ ਸ਼ੈਤਾਨ ਤੁਹਾਨੂੰ ਆਪਣੇ ਵੱਲ ਖਿੱਚਦਾ ਆ। ਹਰੇਕ ਦੀ ਕਾਮਨਾ, ਹਾਂ, ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਪੁਚਲਾਇਆ ਜਾਂਦਾ ਹੈ। ਹਾਂ, ਤਦ ਕਾਮਨਾ ਜਾਂ ਗਰਭਣੀ ਲੁਭਾਇਆ ਔਰ ਪੁਚਲਾਇਆ ਜਾਂਦਾ ਆ। ਜਦੋਂ ਤੁਸੀਂ ਉਹਦੇ ਵੱਲ ਲੁਭਾਏ ਗਏ, ਫਿਰ ਤੁਸੀਂ ਪੁਚਲਾਏ ਜਾਓਗੇ। ਤੁਹਾਨੂੰ ਸਮਝ ਨਹੀਂ ਲੱਗੇਗੀ ਕੀ ਕਰਨਾ ਹੈ। ਆਖਰ ਤੁਸੀਂ ਇੱਕ ਦਿਨ ਉਸ ਕੰਮ ਨੂੰ ਪੂਰਾ ਕਰਨ ਦਾ ਨਿਰਣਾ ਕਰ ਲਵੋਗੇ। ਹਾਂ, ਕਹਿੰਦਾ ਤੁਸੀਂ ਲੁਭਾਏ ਜਾਂਦੇ ਹੋ, ਪੁਚਲਾਏ ਜਾਂਦੇ ਹੋ। ਹਾਂ, ਤਦ ਕਾਮਨਾ ਜਾਂ ਗਰਭਣੀ ਹੋਈ। ਫਿਰ ਕਾਮਨਾ ਨੂੰ ਜਦੋਂ ਅੰਦਰੋਂ ਤੁਸੀਂ ਬਾਹਰ ਨਹੀਂ ਕੱਢਦੇ, ਜਦੋਂ ਕਾਮਨਾ ਅੰਦਰ ਰਹਿੰਦੀ ਆ ਤੇ ਉਹ ਗਰਭਵਤੀ ਵਾਂਗੂ, ਜਿਸ ਤਰ੍ਹਾਂ ਔਰਤ ਗਰਭਵਤੀ ਹੁੰਦੀ ਆ, ਉਹ ਗਰਭਵਤੀ ਹੋ ਜਾਂਦੀ ਹੈ। ਹਾਂ, ਤਾਂ ਪਾਪ ਨੂੰ ਜਾਣਦੀ ਹੈ। ਫਿਰ ਇੱਕ ਦਿਨ ਉਹ ਪਾਪ ਹੋ ਜਾਵੇਗਾ।
ਜੇਕਰ ਉਸ ਵਿਚਾਰ ਨੂੰ, ਉਸ ਕਾਮਨਾ ਨੂੰ ਤੁਸੀਂ ਬਾਹਰ ਨਹੀਂ ਕੱਢੋਗੇ, ਚਾਹੇ ਅੱਜ ਤੁਹਾਡੇ ਅੰਦਰ ਕਿਸੇ ਚੋਰੀ ਦੀ ਕਾਮਨਾ, ਪਾਪ ਦੀ ਕਾਮਨਾ, ਵਿਚਾਰ ਦੀ ਕਾਮਨਾ, ਲਾਲਚ ਦੀ ਕਾਮਨਾ, ਪੈਸਾ ਕਮਾਉਣ ਦੀ ਕਾਮਨਾ ਜਾਂ ਕਿਸੇ ਵੀ ਤਰ੍ਹਾਂ ਦੀ ਕਾਮਨਾ ਹੈ, ਜੇਕਰ ਤੁਸੀਂ ਇਹਨੂੰ ਬਾਹਰ ਨਹੀਂ ਕੱਢਦੇ ਤੇ ਇੱਕ ਗਰਭਵਤੀ ਔਰਤ ਵਾਂਗੂ ਇੱਕ ਦਿਨ ਜਿਸ ਤਰ੍ਹਾਂ ਉਹ ਬੱਚੇ ਨੂੰ ਜਨਮ ਦੇ ਦਿੰਦੀ ਆ, ਉਸੇ ਤਰ੍ਹਾਂ ਤੁਸੀਂ ਵੀ ਉਸ ਕਾਮਨਾ 'ਚ ਪੁਚਲਾਏ ਤੇ ਫਸਲਾਏ ਜਾ ਕੇ ਉਸ ਪਾਪ ਨੂੰ ਕਰ ਦੇਵੋਗੇ। ਐਵੇਂ ਨਹੀਂ ਫਸਦੇ। ਸ਼ੈਤਾਨ ਜ਼ਬਰਦਸਤੀ ਨਹੀਂ ਕਰ ਸਕਦਾ, ਉਹ ਸਿਰਫ ਇਹਨਾਂ ਕਾਮਨਾ ਦੁਆਰਾ ਸਾਡੇ ਅੰਦਰ ਕੰਮ ਕਰ ਸਕਦਾ। ਸਾਡੇ ਅੰਦਰ ਇੱਕ ਵਿਚਾਰ ਪਾ ਸਕਦਾ ਆ, ਜਿਸ ਵਿਚਾਰ ਨੂੰ ਨਹੀਂ ਕੱਢਿਆ। ਇੱਕ ਛੋਟੀ ਜਿਹੀ ਉਦਾਹਰਨ ਮੈਂ ਪਹਿਲਾਂ ਵੀ ਦਿੰਦਾ। ਤੁਸੀਂ ਆਪਣੇ ਵਿਹੜੇ 'ਚ ਬੈਠੇ ਹੋ, ਉੱਪਰ ਦੇਖੋ ਕਈ ਤਰ੍ਹਾਂ ਦੇ ਕਾਂ ਚਿੜੀਆਂ ਉੱਡਦੇ ਨੇ, ਤੁਹਾਡੇ ਸਿਰ ਦੇ ਉੱਤੋਂ ਦੀ ਲੰਘਦੇ ਨੇ, ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਸ਼ੈਤਾਨ ਕਾਮਨਾਵਾਂ ਦੇ ਤੀਰ ਲੈ ਕੇ ਆਵੇਗਾ, ਤੁਸੀਂ ਰੋਕ ਨਹੀਂ ਸਕਦੇ। ਪਰ ਮੰਨ ਲਓ ਜੇ ਉਹ ਕਾਂ ਚਿੜੀਆਂ ਤੁਹਾਡੇ ਸਿਰ ਤੇ ਬਹਿ ਕੇ ਆਲਣਾ ਬਣਾਉਣ ਚਾਹਣ, ਤੁਸੀਂ ਰੋਕੋਗੇ ਕਿ ਨਹੀਂ? ਉਸ ਕੰਮ ਨੂੰ ਤਾਂ ਰੋਕ ਸਕਦੇ ਹੋ ਨਾ। ਸ਼ੈਤਾਨ ਕਾਮਨਾ ਲੈ ਕੇ ਆਏ ਕੋਈ ਗੱਲ ਨਹੀਂ, ਪਰ ਉਹਦੀ ਕਾਮਨਾ ਨੂੰ ਪੂਰਾ ਹੋਣ ਤੋਂ ਤੁਸੀਂ ਰੋਕ ਸਕਦੇ ਹੋ। ਜਦ ਹੀ ਸ਼ੈਤਾਨ ਕੋਈ ਵਿਚਾਰ, ਕੋਈ ਕਾਮਨਾ ਤੁਹਾਡੇ ਜੀਵਨ 'ਚ ਲੈ ਕੇ ਆਉਂਦਾ, ਉਸ ਵੇਲੇ ਯਿਸੂ ਮਸੀਹ ਦੇ ਲਹੂ ਦੇ ਦੁਆਰਾ, ਪਵਿੱਤਰ ਆਤਮਾ ਦੀ ਸਾਮਰਥ ਦੁਆਰਾ ਉਸ ਕਾਮਨਾ ਤੋਂ ਆਜ਼ਾਦ ਹੋਣਾ ਆ। ਕੋਈ ਵਚਨ ਕਹਿੰਦਾ ਹੁਣ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਕਿ ਤੁਸੀਂ ਫਿਰ ਦੁਬਾਰਾ ਆਪਣੀਆਂ ਕਾਮਨਾਵਾਂ 'ਚ, ਆਪਣੀਆਂ ਇੱਛਾਵਾਂ 'ਚ ਕੀ ਹੋ ਜਾਵੋ। ਪਾਪ ਉਦੋਂ ਹੀ ਹੋਵੇਗਾ ਜਦੋਂ ਕਾਮਨਾ ਨੂੰ ਜੀਵਨ 'ਚੋਂ ਬਾਹਰ ਨਹੀਂ ਕੱਢਿਆ ਜਾਵੇਗਾ, ਜਦੋਂ ਇਹਨਾਂ ਵਿਚਾਰਾਂ ਨੂੰ, ਇਹਨਾਂ ਗਲਤ ਵਿਚਾਰਾਂ ਨੂੰ ਜੀਵਨ 'ਚੋਂ ਬਾਹਰ ਨਹੀਂ ਕੱਢਿਆ ਜਾਵੇਗਾ। ਇਹ ਵਿਚਾਰਾਂ ਨੂੰ ਤੁਸੀਂ ਰੱਖੀ ਛੱਡੋਗੇ, ਰੱਖ ਕੇ ਰੱਖੋਗੇ, ਇੱਕ ਦਿਨ ਪਾਪ ਕਰਵਾ ਲੈਣਗੇ। ਜਿਸ ਤਰ੍ਹਾਂ ਇੱਕ ਗਰਭਵਤੀ ਔਰਤ ਬੱਚੇ ਨੂੰ ਕੀ ਦੇ ਦਿੰਦੀ ਆ, ਉਸ ਤਰ੍ਹਾਂ ਤੁਸੀਂ ਵੀ ਜੇਕਰ ਆਪਣੇ ਅੰਦਰੋਂ ਇਹਨਾਂ ਵਿਚਾਰਾਂ, ਇਹਨਾਂ ਕਾਮਨਾ ਨੂੰ ਨਹੀਂ ਕੱਢਿਆ, ਤੁਸੀਂ ਇੱਕ ਦਿਨ ਪਾਪ ਕਰ ਦਿਓਗੇ। ਹਾਂਜੀ। ਅਤੇ ਪਾਪ ਜਾਂ ਪੂਰੇ ਵਿੱਤ ਨੂੰ ਫਿਰ ਜਦੋਂ ਤੁਸੀਂ ਪਾਪ ਕਰ ਲੈਂਦੇ ਹੋ, ਹਾਂ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ, ਹਾਂ, ਤਾਂ ਮੌਤ ਨੂੰ ਜਨਮ ਦਿੰਦਾ ਹੈ। ਫਿਰ ਤੁਹਾਡੇ ਲਈ ਮੌਤ ਲੈ ਕੇ ਆਉਂਦਾ। ਭਾਵ ਕਿ ਪਾਪ ਦੀ ਮਜ਼ਦੂਰੀ ਮੌਤ ਹੈ। ਕਾਮਨਾ ਬਾਹਰ ਨਹੀਂ ਕੱਢੀ ਗਈ, ਇਹ ਵਿਚਾਰ ਜੀਵਨ ਚੋਂ ਬਾਹਰ ਨਹੀਂ ਧੱਕੇ ਗਏ, ਇਹ ਵਿਚਾਰ ਇੱਕ ਦਿਨ ਤੁਹਾਡੇ ਕੋ ਪਾਪ ਕਰਵਾ ਦੇਣਗੇ ਤੇ ਪਾਪ ਦੀ ਸਜ਼ਾ ਮੌਤ ਹੈ। तो आइए पढ़ते हैं यशाया 14 बाब ਉਹਦਾ 12 13 14 और 15 वचन लूसीफर ਦੇ ਬਾਰੇ ਕੁਝ ਉਦਾਹਰਨਾਂ ਜੋ ਆਪਣੀ ਇਹਨਾਂ ਇਸ਼ਿਆਂ ਤੇ ਫਤਹ ਨਹੀਂ ਪਾ ਸਕੇ। ਹਾਂ, ਤੂੰ ਆਕਾਸ਼ ਤੋਂ ਕਿਵੇਂ ਡਿੱਗ ਪਿਆ हे ਦਿਨ ਦੇ ਤਾਰੇ 12 ਹਾਂ 14 ਦੀ 12 ਤੂੰ ਆਕਾਸ਼ ਤੋਂ ਕਿਵੇਂ ਡਿੱਗ ਪਿਆ। ਹੁਣ ਇੱਥੇ ਇੱਕ ਸਵਾਲ ਆ ਰਿਹਾ ਕਿ ਲੂਸੀਫਰ ਨੂੰ ਪੁੱਛ ਰਿਹਾ ਤੂੰ ਕਿਸ ਤਰ੍ਹਾਂ ਆਕਾਸ਼ ਤੋਂ ਡਿੱਗ ਪਿਆ। ਹਾਂ, हे ਦਿਨ ਦੇ ਤਾਰੇ हे ਦਿਨ ਦੇ ਤਾਰੇ ਫਜ਼ਰ ਦੇ ਪੁੱਤਰ ਹਾਂ ਤੂੰ ਕਿਵੇਂ ਧਰਤੀ ਤੀਕ ਵੱਢਿਆ ਗਿਆ। ਤੂੰ ਕਿਵੇਂ ਧਰਤੀ ਤੀਕ ਵੱਢ ਕੇ ਸੁੱਟਿਆ ਗਿਆ। हे ਕੌਮਾਂ ਦੇ ਢਾਉਣ ਵਾਲੇ ਹਾਂ ਤੈਂ ਆਪਣੇ ਦਿਲ ਵਿੱਚ ਆਖਿਆ। ਹੁਣ ਜਵਾਬ ਕੀ ਆ ਰਿਹਾ ਕਹਿੰਦੇ ਤੂੰ ਆਪਣੇ ਦਿਲ ਦੇ ਵਿੱਚ ਇਹ ਵਿਚਾਰ ਕੀਤਾ ਜਾਂ ਤੇਰੇ ਦਿਲ ਦੇ ਵਿੱਚ ਇੱਕ ਕਾਮਨਾ ਆ ਗਈ। ਹਾਂ ਭਈ ਮੈਂ ਆਕਾਸ਼ ਉੱਤੇ ਚੜ ਜਾਵਾਂਗਾ। ਮੈਂ ਆਕਾਸ਼ ਤੋਂ ਉੱਤੇ ਚੜ ਜਾਵਾਂਗਾ ਪਰਮੇਸ਼ਰ ਦੇ ਤਾਰਿਆਂ ਤੋਂ ਉਤਾਂ। ਹਾਂ ਮੈਂ ਆਪਣਾ ਸਿੰਘਾਸਨ ਉੱਚਾ ਧਰਾਂਗਾ। ਹਾਂ ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ। ਮੈਂ ਬੱਦਲਾਂ ਦੀਆਂ ਉਚਾਈਆਂ ਤੇ ਚੜ ਜਾਵਾਂਗਾ। ਹਾਂ ਮੈਂ ਆਪ ਨੂੰ ਅਤ ਮਹਾਨ ਜਿਹਾ ਬਣਾਵਾਂਗਾ। ਕਹਿੰਦਾ ਮੈਂ ਆਪਣੇ ਆਪ ਨੂੰ ਪਰਮੇਸ਼ਰ ਜਿਹਾ ਬਣਾਵਾਂਗਾ। ਪਰ ਤੂੰ ਪਤਾਲ ਤੀਕ ਸਗੋਂ ਟੋਏ ਦੀ ਡੂੰਘਾਈ ਤੀਕ ਹੇਠਾਂ ਲਾਇਆ। ਯਾਦ ਰੱਖੋ ਲੂਸੀਫਰ ਦੇ ਮਨ 'ਚ ਵੀ ਇੱਕ ਵਿਚਾਰ ਹੀ ਆਇਆ ਸੀ, ਉਹਦੇ ਦਿਲ 'ਚ ਵੀ ਇੱਕ ਕਾਮਨਾ ਆਈ ਸੀ ਕਿ ਮੈਂ ਪਰਮੇਸ਼ਰ ਤੋਂ ਵੀ ਉੱਚਾ ਹੋ ਜਾਵਾਂ। ਕੀ ਹੋਇਆ? ਧਰਤੀ ਤੱਕ ਵੱਢਿਆ ਗਿਆ। 12 ਆਇਤ ਪੜ੍ਹੀ ਨਾ, ਪੜੋ ਜਰਾ ਦੁਬਾਰਾ। ਤੂੰ ਆਕਾਸ਼ ਤੋਂ ਕਿਵੇਂ ਡਿੱਗ ਗਿਆ। ਕਹਿੰਦਾ ਤੂੰ ਆਕਾਸ਼ ਤੋਂ ਕਿਵੇਂ ਡਿੱਗ ਗਿਆ। हे ਦਿਨ ਦੇ ਤਾਰੇ ਹਾਂ ਫਜ਼ਰ ਦੇ ਪੁੱਤਰ ਹਾਂ ਤੂੰ ਕਿਵੇਂ ਧਰਤੀ ਤੀਕ ਵੱਢਿਆ ਗਿਆ। ਤੂੰ ਧਰਤੀ ਤੀਕ ਵੱਢਿਆ ਗਿਆ ਆ, ਮਤਲਬ ਧਰਤੀ ਤੇ ਸੁੱਟ ਦਿੱਤਾ ਗਿਆ ਤੂੰ। ਮੇਰੇ ਪਿਆਰਿਓ, ਇੱਕ ਛੋਟੀ ਜੀ ਕਾਮਨਾ ਲੂਸੀਫਰ ਦੀ ਤਰ੍ਹਾਂ ਸਾਨੂੰ ਸਵਰਗ ਚੋਂ ਨਰਕ 'ਚ ਤੱਕ ਸਕਦੀ ਆ। ਹੁਣ ਤੇ ਉਹਨੇ ਆਪਣੇ ਪਿਆਰੇ ਪੁੱਤਰ ਦੇ ਰਾਜ ਸਾਨੂੰ ਪਹੁੰਚਾ ਦਿੱਤਾ ਆ, ਸਵਰਗ ਦੇ ਅਧਿਕਾਰੀ ਬਣਾ ਦਿੱਤਾ ਆ।
ਪਰ ਜੇਕਰ ਇਹਨਾਂ ਵਿਚਾਰਾਂ ਨੂੰ, ਇਹਨਾਂ ਕਾਮਨਾ ਨੂੰ ਨਹੀਂ ਕੱਢਿਆ ਤੇ ਲੂਸੀਫਰ ਦੀ ਤਰ੍ਹਾਂ ਪਤਾਲ ਤੱਕ ਵੱਢ ਦਿੱਤੇ ਜਾਵਾਂਗੇ। ਜੇ ਉਹਨੇ ਲੂਸੀਫਰ ਨੂੰ ਨਹੀਂ ਬਖਸ਼ਿਆ ਤੇ ਸਾਨੂੰ ਵੀ ਬਖਸ਼ੇਗਾ। ਉਤਪਤ 3 ਬਾਬ 1 ਤੋਂ ਲੈ ਕੇ 6 ਤੱਕ ਪੜ੍ਹੀਏ। ਆਦਮ ਤੇ ਹਵਾ ਦੇ ਨਾਲ ਕੀ ਹੋਇਆ? ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਰ ਨੇ ਬਣਾਇਆ ਸੀ। ਲਿਖਿਆ ਸਭ ਸਾਰੇ ਜੰਗਲੀ ਜਾਨਵਰਾਂ ਦੇ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਰ ਨੇ ਬਣਾਇਆ ਸੀ ਚਾਤਰ ਸੀ। ਹਾਂ। ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਭਲਾ ਪਰਮੇਸ਼ਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਤੀਵੀਂ ਨੇ ਸੱਪ ਨੂੰ ਆਖਿਆ ਕਿ ਬਾਗ। ਹੁਣ ਅਸੀਂ ਆਦਮ ਤੇ ਹਵਾ ਦੀ ਸਟੋਰੀ ਪੜ੍ਹ ਰਹੇ ਹਾਂ। ਲੂਸੀਫਰ ਨੂੰ ਸੁੱਟਣਾ। ਹੁਣ ਲੂਸੀਫਰ ਤੋਂ ਬਾਅਦ ਅਸੀਂ ਆਦਮ ਤੇ ਹਵਾ ਤੇ ਪਹੁੰਚੇ ਹਾਂ। ਇੱਥੇ ਵੀ ਤੁਸੀਂ ਦੇਖ ਲਿਓ, ਸ਼ੈਤਾਨ ਨੇ ਕੋਈ ਜ਼ਬਰਦਸਤੀ ਨਹੀਂ ਕੀਤੀ। ਸ਼ੈਤਾਨ 'ਚ ਇੰਨੀ ਹਿੰਮਤ ਨਹੀਂ ਆ ਉਹ ਜ਼ਬਰਦਸਤੀ ਕਰ ਸਕੇ। ਸ਼ੈਤਾਨ ਇੰਨੀ ਕੂਵਤ ਦਾ ਮਾਲਕ ਨਹੀਂ ਆ ਕਿ ਇੱਕ ਪਰਮੇਸ਼ਰ ਦੇ ਫਤਿਹਮੰਦ ਇਨਸਾਨ ਉੱਪਰ, ਪਰਮੇਸ਼ਰ ਦੇ ਬੱਚੇ ਦੇ ਉੱਪਰ ਜਾਂ ਇੱਕ ਸੱਚੇ ਵਿਸ਼ਵਾਸੀ ਦੇ ਉੱਤੇ ਆਪਣੇ ਜ਼ਬਰਦਸਤੀ ਦਾ ਹਥਿਆਰ ਚਲਾ ਸਕੇ। ਉਹ ਕਿਸ ਤਰ੍ਹਾਂ ਹੁੰਦਾ ਵਾ, ਸੁਣੀਏ ਜਰਾ। ਤੀਵੀਂ ਨੇ ਸੱਪ ਨੂੰ ਆਖਿਆ, ਹਾਂ, ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਏ ਕਿ ਤੁਸੀਂ ਮਰ ਜਾਓ। ਹਾਂ। ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ। ਹਾਂ। ਸਗੋਂ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਰ ਵਾਂਗ ਭਲੇ ਬੁਰੇ ਦੀ ਸਿਆਣਪ ਵਾਲੇ ਹੋ ਜਾਓਗੇ। ਹਾਂ। ਜਾਂ ਤੀਵੀਂ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ। ਜਦੋਂ ਇੰਨੀ ਗੱਲ ਕਰ ਗਿਆ ਉਹ ਕਿ ਤੁਸੀਂ ਨਹੀਂ ਬਲਕਿ ਕਿਹਦੇ ਵਰਗੇ ਹੋ ਜਾਓਗੇ। ਤਾਂ ਇੱਕ ਸਵਾਲ ਆ ਕਿ ਉਹ ਪਹਿਲਾਂ ਪਰਮੇਸ਼ਰ ਵਰਗੇ ਨਹੀਂ ਸੀ। ਪਹਿਲਾਂ ਵੀ ਤੇ ਪਰਮੇਸ਼ਰ ਨੇ ਉਹਨਾਂ ਨੂੰ, ਪਰ ਸ਼ੈਤਾਨ ਇੱਕ ਵਿਚਾਰ ਪਾ ਗਿਆ। ਸ਼ੈਤਾਨ ਸਾਨੂੰ ਜ਼ਬਰਦਸਤੀ ਨਹੀਂ ਝੁਕਾ ਸਕਦਾ, ਪਰ ਇਹ ਉਹਦੇ ਛਲ ਸ਼ਰਿੰਦਾ ਦੇ ਦੁਆਰਾ ਅਸੀਂ ਫਸ ਸਕਦੇ ਜੇ ਅਸੀਂ ਆਤਮਾ 'ਚ ਜਾਗਦੇ ਨਾ ਰਹੇ। ਲਿਖਿਆ, ਤੁਸੀਂ ਕੀ ਕਰੋਗੇ? ਪੜੋ। ਪਰ ਜਿਹੜਾ ਬਾਗ ਦੇ ਵਿਚਕਾਰ ਹੈ ਉਸ ਤੋਂ ਪਰਮੇਸ਼ਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ। ਹਾਂ। ਅਜਿਹਾ ਨਾ ਹੋਏ ਕਿ ਤੁਸੀਂ ਮਰ ਜਾਓ। ਹਾਂ। ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ। ਤੁਸੀਂ ਕਦੀ ਨਹੀਂ ਮਰੋਗੇ। ਸਗੋਂ ਪਰਮੇਸ਼ਰ ਜਾਣਦਾ ਹੈ ਤੁਸੀਂ ਉਸ ਤੋਂ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ। ਤੁਹਾਡੀਆਂ ਅੱਖੀਆਂ ਪਰਮੇਸ਼ਰ ਵਾਂਗ ਭਲੇ ਬੁਰੇ ਦੀ ਸਿਆਣਪ ਵਾਲੇ ਹੋ ਜਾਓਗੇ। ਤੁਸੀਂ ਪਰਮੇਸ਼ਰ ਵਾਂਗ ਭਲੇ ਬੁਰੇ ਦੀ ਸਿਆਣਪ ਵਾਲੇ ਹੋ ਜਾਓਗੇ ਜਦੋਂ ਇਹ ਵਿਚਾਰ ਉਹਦੇ ਅੰਦਰ ਪਾ ਗਿਆ। ਹਾਂ। ਜਾਂ ਤੀਵੀਂ ਨੇ ਵੇਖਿਆ ਕਿ ਜੇ ਹਵਾ ਚਾਹੁੰਦੀ ਤੇ ਉਹਨਾਂ ਵਿਚਾਰਾਂ ਦਾ ਖੰਡਨ ਕਰ ਸਕਦੀ ਸੀ। ਉਹ ਹਵਾ ਚਾਹੁੰਦੀ ਉਸੇ ਵੇਲੇ ਕਹਿ ਸਕਦੀ ਜੋ ਪਰਮੇਸ਼ਰ ਨੇ ਕਿਹਾ ਮੈਂ ਉਹੋ ਹੀ ਮੰਨਾਂਗੀ, ਮੈਂ ਤੇਰੀ ਮਰਜ਼ੀ ਪੂਰੀ ਨਹੀਂ ਕਰਾਂਗੀ। ਪਰ ਉਹਨੇ ਉਹਨਾਂ ਵਿਚਾਰਾਂ ਨੂੰ ਆਪਣੇ ਅੰਦਰ ਰਹਿਣ ਦਿੱਤਾ। ਉਹਨੇ ਉਹਨਾਂ ਵਿਚਾਰਾਂ ਨੂੰ ਨਹੀਂ ਕੱਢਿਆ। ਲਿਖਿਆ ਜਦੋਂ ਉਹ ਇੱਛਾਵਾਂ, ਉਹ ਵਿਚਾਰ ਉਹਦੇ ਅੰਦਰ ਰਹੇ ਤੇ ਅੱਜ ਉਹਨੂੰ ਉਸ ਫਲ ਦਾ ਰੂਪ ਕੈਸਾ ਦਿਖ ਰਿਹਾ। ਹਾਂਜੀ। ਜਾਂ ਤੀਵੀਂ ਨੇ ਵੇਖਿਆ ਕਿ ਉਹ ਬਿਰਛ ਫਿਰ ਜਦੋਂ ਉਹਨਾਂ ਵਿਚਾਰਾਂ ਦੇ ਨਾਲ ਲਿਪਤ ਹੋ ਕੇ ਉਹਨੇ ਉਸ ਫਲ ਦੀ ਵੱਲ ਦੇਖਿਆ ਤੇ ਕੀ ਨਜ਼ਰ ਆ ਰਿਹਾ ਉਹਨੂੰ? ਕਿ ਉਹ ਬਿਰਛ ਖਾਣ ਲਈ ਚੰਗਾ ਹੈ। ਉਹ ਫਲ ਉਹਨੂੰ ਅੱਜ ਖਾਣ ਲਈ ਕੀ ਲੱਗ ਰਿਹਾ? ਚੰਗਾ ਲੱਗ ਰਿਹਾ। ਹਾਂ। ਅਤੇ ਅੱਖੀਆਂ ਨੂੰ ਪਾਉਂਦਾ ਹੈ। ਔਰ ਅੱਜ ਉਹ ਫਲ ਉਹਨੂੰ ਸੋਹਣਾ ਵੀ ਲੱਗ ਰਿਹਾ। ਹਾਂ। ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਂਦਾ ਹੈ। ਅੱਜ ਉਹਨੂੰ ਲੱਗ ਰਿਹਾ ਕਿ ਇਸ ਬਿਰਛ ਦੇ ਨਾਲ ਹੀ, ਇਸ ਫਲ ਦੇ ਨਾਲ ਹੀ ਮੈਨੂੰ ਬੁੱਧ ਆਵੇਗੀ। ਹਾਂਜੀ। ਤਾਂ ਉਸਨੇ ਉਹਦੇ ਫਲ ਤੋਂ ਲਿਆ। ਉਹਨੇ ਫਿਰ ਉਸ ਫਲ ਤੋਂ ਤੋੜਿਆ ਅਤੇ ਆਪ ਖਾਦਾ। ਔਰ ਆਪ ਖਾਦਾ। ਨਾਲੇ ਆਪਣੇ ਪਤੀ ਹੁਣ ਵੇਖੋ, ਜੇ ਉਹ ਉਸ ਇੱਛਾ ਨੂੰ ਬਾਹਰ ਨਹੀਂ ਕੱਢ ਸਕੀ, ਉਸ ਇੱਛਾ ਨੂੰ ਅੰਦਰ ਰੱਖਿਆ, ਉਸ ਵਿਚਾਰ ਨੂੰ ਅੰਦਰ ਰੱਖਿਆ, ਫਲ ਸੋਹਣਾ ਲੱਗ ਰਿਹਾ, ਬੁੱਧ ਦੇਣ ਲਈ ਚੰਗਾ ਲੱਗ ਰਿਹਾ, ਸਭ ਪੱਖੋਂ ਉਹਨੂੰ ਅੱਜ ਵਧੀਆ ਲੱਗ ਰਿਹਾ, ਉਹ ਇਸ ਭਾਵਨਾ ਨੂੰ ਨਹੀਂ ਕੱਢ ਸਕੀ। ਆਖਰ ਹੱਥ ਵਧਾ ਕੇ ਉਸ ਫਲ ਨੂੰ ਕੀ ਕਰ ਲਿਆ? ਉਹਨੇ ਖਾ ਲਿਆ, ਖੁਦ ਵੀ ਖਾਦਾ। ਹਾਂ। ਨਾਲੇ ਆਪਣੇ ਪਤੀ ਨੂੰ ਵੀ ਦਿੱਤਾ। ਨਾਲੇ ਆਪਣੇ ਪਤੀ ਨੂੰ ਵੀ ਦਿੱਤਾ। ਤੁਸੀਂ ਦੱਸੋ ਇੱਥੇ ਕੋਈ ਜ਼ਬਰਦਸਤੀ ਹੋਈ ਆ? ਸ਼ੈਤਾਨ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ।
शैतान अपने छल शरिंदा दे नाल ही तुहाडे कोल आवेगा। जिस तरह लूसीफर नूं, जिस तरह आदम ते हवा नूं उहने सुटिया, उस तरह सानू भी अज साडे विचारां साडियां भावनावां दे द्वारा की करदा आ, सुटदा आ। तीसरा नंबर समसून। समसून दे बारे जो असीं पढ़दे आ, तुसीं सब जेकर बाद च सभा लगे तो न्यायियां 16 बाब दी 6 आयत तो पूरा चैप्टर पढ़ना। जिन्हां ने पढ़िया तुसीं जान सकदे हो समसून एक ऐसा योद्धा सी, फिलिस्ती डरदे सी। फिलिस्तियां दे देश च आओ, अपने देश च नहीं आ, फिलिस्तियां दे देश च गया, पर तां भी फिलिस्ती ओदे ते हथ नहीं पा सकदे। ओनू पता आ समसून एक गधे दे जां खोते दे चबाड़े दे नाल साडे 1000 बंदे नूं मारन दी शक्ति रखदा, बिना हथियार तो ही। समसून नूं फड़न दे लई फिलिस्ती बल दा प्रयोग नहीं कर सके। तो मेरे प्यारेओ, अज तुसी जेड़े आत्मिक समसून हो, समसून ते अपनियां जटां हिलाउंदा सी ते ओदे अंदर पवित्र आत्मा दी सामर्थ आउंदी सी। अज ओ पवित्र आत्मा तुहाडे अंदर रहिंदी आ, अज ओ पवित्र आत्मा तुहाडे अंदर है। जे समसून ते हथ नहीं पा सकदा ते तुहाडे ते भी हथ नहीं पा सकदा हो। पर जरूरत आ ओदियां चालां तो, ओदियां नीतियां तो, ओदे छल छरिंदा तो बचन दी, क्योंकि वचन दसदा शैतान सानू जबरदस्ती नहीं चुका सकता। तुसी भी हर एक विश्वासी जो जिन्हां ने परमेश्वर नूं अपना जीवन दिता आ, तुसी आत्मिक समसून हो। शैतान दी हिम्मत नहीं है तुहाडे अल वेख सके। शैतान नूं तुसी खुद मौका दिओगे। तुसी जानदे हो समसून दे बारे किन्ने छल छरिंद खेडे गए, प्यार दे नाल, लालच दे नाल, दुलार दे नाल, ओदी घरवाली नूं मोहरा बना के ओदी ताकत दा पता ला लिया गया, आखिर झुक गया। जबरदस्ती हुई? लूसीफर ना जबरदस्ती हुई? नहीं हुई। आदम हवा ना जबरदस्ती हुई? नहीं हुई। समसून दे नाल जबरदस्ती हुई? नहीं हुई। तो तुहाडे नाल किस तरह हो जाएगी? तुसी किस तरह कहते हो शैतान ने साडे ते हमला कर दिता? तुसी मौका दिता, तुसी शैतान नूं अपने जीवन च मौका दिता कि वह तुहाडे जीवन च गलती लैके आवे। शैतान नूं तुसी मौका दिता कि शैतान तुहाडे ते उंगल उठावे। जब तक तुसी मौका नहीं दोगे, शैतान कदे तुहाडे खिलाफ नहीं आ सकता। जिस तरह समसून योद्धा सी ना, असी सब भी समसून तो किते वध ताकत रखते हैं। जे अपने बारे पूछना, शैतान नूं पुछो मैं कौन हां, शैतान दसेगा उस समसून कोल ते शरीरक पावर सी ना, ਇਹਦੇ ਕੋਲ ऐसी पावर आ, परमेश्वर ने ऐसी ताकत दी है इनू कि ये जो जमीन ते बधेगा वो आसमान ते बज जाएगा। तो फिर क्यों डरदे शैतान तो? सिर्फ ओदियां चलाकियां दा ख्याल रखो, ओदे छल छरिंदा दा ख्याल रखो। वो अपने छल छरिंदा दे द्वारा तानू फसाउण दे लई, भरमाउण दे लई और सुट्टण दे लई आवेगा। शैतान सानू जबरदस्ती नहीं चुका सकता। कई परमेश्वर के दास सुन जुड़े ने, पास्टर हैरी जी, पास्टर इकबाल जी भी। मैं चाहांगा तुसी फिर दोबारा रिवाइंड करके सारे प्रोग्राम नू सुनो और जिथों तक ये वचन नहीं पहुंचा तुसी पहुंचाओ उन्हां तक कि शैतान सानू जबरदस्ती नहीं चुका सकता। सिर्फ शैतान चालां दे द्वारा, युक्तियां दे द्वारा, छल छरिंदा दे द्वारा और साडे मन च विचारां और भावना और इच्छा दे द्वारा सानू हरा सकदा आ। इन्हां चीजां तो बच जाओ। शैतान दी लालच देण वाली चाल तो बच जाओ, शैतान दीयां हर डूंघियां चालां तो बच जाओ। एक सच्चा विश्वासी शैतान नू घुटनियां ते खड़ा कर सकदा आ। शैतान सानू जबरदस्ती नहीं चुका सकदा। जिस तरह वो आदम हवा नू भी नहीं चुका सकिया। आदम हवा दे अंदर एक विचार पाया, उस विचार नू मन लिया उन्होंने। इसी तरह समसून नू छल छरिंदा दे द्वारा फसा के आखिर एक दिन उन्होंने फिर गुलाम कर लिया। आइए हुण असीं देखते हैं वो लोग जिन्हां नू
परमेश्वर के वचन दे विच शैतान जबरदस्ती नहीं चुका सकिया। पढ़ते हैं दानियल 3 बाब 16 वचन तो। दानियल दी किताब 3 बाब 16 वचन तो पढ़िए। पढ़ दिए। सदरक मेशक और अबदनगो ने राजा से कहा। सदरक मेशक ते अबदनगो ने राजे नु क्या, हाँ, हे नबूकदनेस्सर, इस विषय में तुझे उत्तर देने का हमें कुछ प्रयोजन नहीं जान पड़ता। कहता है नबूकदनेस्सर, असी इस विषय च तेनू कोई जवाब भी देना मुनासिब नहीं समझते। पढ़ी पंजाबी च पढ़िए। 3 दी 16 तो। ਤਾਂ ਸ਼ਦਰਕ ਮੇਸ਼ਕ ਤੇ ਅਬਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹਾਂ, ਕਿ ਹੈ ਨਬੂਕਦਨਸਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਹਾਂ। ਹਾਂ, ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਕਹਿੰਦੇ ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛਡਾਉਣ ਦੀ ਸ਼ਕਤੀ ਰੱਖਦਾ ਹੈ। ਅੱਗ ਦੀ ਬਲਦੀ ਹੋਈ ਭੱਠੀ ਚੋਂ ਛਡਾਉਣ ਦੀ ਸ਼ਕਤੀ ਰੱਖਦਾ ਹੈ। ਹਾਂ, ਅਤੇ ਹੈ ਮਹਾਰਾਜ ਜੀ, ਹਾਂ, ਉਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। ਹੁਣ ਯਾਦ ਰੱਖੋ, ਇਸ ਜਗ੍ਹਾ ਤੇ ਸ਼ੈਤਾਨ ਨੇ ਪਰਮੇਸ਼ਰ ਦੇ ਲੋਕਾਂ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਜ਼ਬਰਦਸਤੀ ਝੁਕਾਉਣ ਦੀ ਕੋਸ਼ਿਸ਼ ਕੀਤੀ ਆ। ਪਹਿਲੀਆਂ ਚਾਲਾਂ ਦੇ ਵਿੱਚ ਉਹਨੇ ਜ਼ਬਰਦਸਤੀ ਨਹੀਂ ਸੀ ਕੀਤੀ, ਪਰ ਇੱਥੇ ਉਹ ਜ਼ਬਰਦਸਤੀ ਕਰਨ ਦੇ ਲਈ ਆਇਆ। ਫਿਰ ਸ਼ੈਤਾਨ ਦੇ ਨਾਲ ਹੋਇਆ ਕਈ ਦੇਖਦੇ ਆ। ਹਾਂਜੀ, ਨਹੀਂ ਤਾਂ ਹੈ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ। ਕਿ ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਜਾਂ ਇਸ ਮੂਰਤ ਦੇ ਅੱਗੇ ਮੱਥਾ ਨਹੀਂ ਟੇਕਣਾ। ਹਾਂ, ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਹਾਂ। ਜਿਹਨੂੰ ਤੁਸੀਂ ਖੜਾ ਕੀਤਾ ਹੈ ਮੱਥਾ ਟੇਕਾਂਗੇ। ਹਾਂਜੀ, ਤਦ ਨਬੂਕਦਨਸਰ ਨੇ ਆਪਣੇ ਆਪ ਵਿੱਚ ਤਾਓ ਖਾਦਾ, ਹਾਂ, ਅਤੇ ਉਹਦੇ ਮੂੰਹ ਦਾ ਰੰਗ ਸਦਰਕ ਮੇਸ਼ਕ ਤੇ ਅਬਦਨਗੋ ਉੱਤੇ ਬਦਲ ਗਿਆ। ਉਹਨੂੰ ਹੋਰ ਵੀ ਗੁੱਸਾ ਆ ਗਿਆ, ਉਹਦਾ ਰੰਗ ਉਹਨਾਂ ਤੇ ਬਦਲ ਗਿਆ। ਹਾਂ, ਤਾਂ ਉਹਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ 7 ਗੁਣਾ ਹੋਰ ਤਾਓ ਦਿਓ, ਉਹਨੇ ਹੁਕਮ ਕੀਤਾ ਕਿ ਇਸ ਅੱਗ ਨੂੰ 7 ਗੁਣਾ ਹੋਰ ਵੀ ਤੇਜ਼ ਕਰ ਦਿਓ। ਹਾਂ, ਅਤੇ ਉਹਨੇ ਆਪਣੀ ਫੌਜ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਦਿੱਤਾ ਉਹਨੇ ਫਿਰ ਆਪਣੀ ਫੌਜ ਵਿੱਚੋਂ ਤਗੜੇ ਪਹਿਲਵਾਨਾਂ ਨੂੰ ਹੁਕਮ ਦਿੱਤਾ ਕਿ ਸ਼ਦਰਕ ਮੇਸ਼ਕ ਤੇ ਅਬਦਨਗੋ ਨੂੰ ਬੰਨ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ। ਕਿ ਸਦਰਕ ਮੇਸ਼ਕ ਅਬਦਨਗੋ ਨੂੰ ਬੰਨ ਕੇ ਅੱਗ ਦੀ ਬਲਦੀ ਭੱਠੀ 'ਚ ਸੁੱਟ ਦੇਣ। ਹਾਂ, ਤਦ ਉਹ ਆਦਮੀ ਆਪਣੇ ਝੱਗਿਆਂ, ਕੁੱਟਨਿਆਂ, ਪੱਗਾਂ ਤੇ ਲੜੀਆਂ ਸਣੇ ਬੰਨੇ ਗਏ, ਲਿਖਿਆ ਉਹ ਆਪਣੇ ਕੱਪੜਿਆਂ ਸਮੇਤ ਉਹ ਬੰਨੇ ਗਏ। ਹਾਂ, ਤੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਗਏ। ਅੱਗ ਦੀ ਬਲਦੀ ਭੱਠੀ ਦੇ ਵਿੱਚ ਸੁੱਟੇ ਗਏ। ਇਸ ਲਈ ਭਈ ਰਾਜੇ ਦਾ ਹੁਕਮ ਵੱਡੀ ਤਗੀਦ ਨਾਲ ਸੀ। ਹਾਂ, ਅਤੇ ਭੱਠੀ ਦਾ ਤਾਓ ਅਤ ਵਧੇਕ ਸੀ। ਔਰ ਭੱਠੀ ਦਾ ਤਾਓ ਬਹੁਤ ਜ਼ਿਆਦਾ ਸੀ। ਹੁਣ ਵੇਖੋ, ਜਦੋਂ ਉਹਨਾਂ ਨੂੰ ਸੁੱਟਿਆ ਆ, ਜ਼ਬਰਦਸਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਆ, ਸੁੱਟ ਦਿੱਤਾ ਗਿਆ, ਹੋਇਆ ਕੀ? ਹਾਂਜੀ, ਇਸੇ ਹੀ ਕਾਰਨ ਅੱਗ ਦੀ ਲੋ ਨੇ ਸ਼ਦਰਕ ਮੇਸ਼ਕ ਤੇ ਅਬਦਨਗੋ ਦੇ ਚੁੱਕਣ ਵਾਲਿਆਂ ਨੂੰ ਸਾੜ ਸੁੱਟਿਆ। ਸਭ ਤੋਂ ਪਹਿਲਾਂ ਉਹ ਸੁੱਟਣ ਵਾਲੇ ਨੂੰ ਸਾੜੇਗੀ ਅੱਗ। ਸਭ ਤੋਂ ਪਹਿਲਾਂ ਕੌਣ ਸੜੇ ਨੇ? ਸੁੱਟਣ ਵਾਲੇ। ਲਿਖਿਆ ਉਹਨਾਂ ਨੂੰ ਸੁੱਟਣ ਵਾਲੇ ਕੀ ਹੋ ਗਏ? ਸੜ ਗਏ। ਹਾਂ, ਅਤੇ ਇਹ ਤਿੰਨੇ ਮਨੁੱਖ ਅਰਥਾਤ ਸ਼ਦਰਕ, ਮੇਸ਼ਕ ਤੇ ਅਬਦਨਗੋ ਬੱਧੇ ਹੋਏ ਅੱਗ ਦੀ ਬਲਦੀ ਭੱਠੀ ਵਿੱਚ ਪੈ ਗਏ। ਇਹ ਤਿੰਨੋਂ ਜਾਣੇ ਬੱਧੇ ਹੋਏ ਅੱਗ ਦੀ ਬਲਦੀ ਭੱਠੀ 'ਚ ਪੈ ਗਏ। ਤੇ ਸਭ ਤੋਂ ਪਹਿਲਾਂ ਹੋਇਆ ਕੀ ਭੱਠੀ 'ਚ ਪੈ ਕੇ? ਹਾਂ, ਤਾਂ ਨਬੂਕਦਨਸਰ ਰਾਜਾ ਹੱਕਾ ਬੱਕਾ ਹੋ ਕੇ ਝਟ ਖਲੋ ਗਿਆ। ਹਾਂ, ਅਤੇ ਉਹ ਬੋਲ ਕੇ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ ਕਿ ਅਸਾਂ 3 ਬੰਦਿਆਂ ਨੂੰ ਬਣਵਾ ਕੇ ਅੱਗ ਵਿੱਚ ਨਹੀਂ ਸੁਟਵਾਇਆ। 3 ਬੰਦਿਆਂ ਨੂੰ ਬਣਵਾ ਕੇ ਬੰਨ ਕੇ ਅੱਗ 'ਚ ਨਹੀਂ ਸੀ ਸੁੱਟਿਆ। ਹਾਂ, ਉਹਨਾਂ ਨੇ ਉੱਤਰ ਦਿੱਤਾ ਕਿ ਇਹ ਰਾਜਨ ਸੱਚ ਹੈ। ਹਾਂ, ਤਾਂ ਉਸਨੇ ਉੱਤਰ ਦੇ ਕੇ ਆਖਿਆ, ਭਈ ਵੇਖੋ, ਮੈਂ 4 ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਦਾ ਸਭ ਤੋਂ ਹਾਂ। ਪਹਿਲਾਂ ਉਹਨਾਂ ਦੇ ਬੰਧਨ ਖੁੱਲੇ ਨੇ। ਆਪਣੇ ਵੱਲੋਂ ਨਬੂਕਦਨਸਰ ਨੇ ਬੰਨ ਕੇ ਸੁੱਟੇ ਸੀ ਵਿੱਚ, ਪਰ ਉਸ ਅੱਗ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਬੰਧਨਾਂ ਨੂੰ ਸਾੜਿਆ ਆ। ਹਾਂ, ਅਤੇ ਵੇਖੋ, ਮੈਂ 4 ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਔਰ ਵੇਖਦਾ ਹਾਂ। ਇੱਕ ਦੀ ਜਗ੍ਹਾ 4 ਨਜ਼ਰ ਆ ਰਹੇ ਨੇ, 3 ਦੀ ਜਗ੍ਹਾ 4 ਨਜ਼ਰ ਆ ਰਹੇ ਨੇ। ਯਾਦ ਰੱਖੋ, ਇਸ ਚੀਜ਼ ਨੂੰ ਹੋਇਆ ਕੀ ਆ? ਸਭ ਤੋਂ ਪਹਿਲਾਂ ਸੁੱਟਣ ਵਾਲੇ ਸੜੇ,
ਦੂਸਰਾ ਕੰਮ, ਉਹਨਾਂ ਦੇ ਬੰਧਨ ਛੁੱਟੇ। ਤੀਸਰਾ, ਇੱਕ ਹੋਰ ਨਾਲ ਆ ਗਿਆ। ਚੌਥਾ, ਇੱਕ ਹੋਰ ਨਾਲ ਆ ਗਿਆ। ਹੋਇਆ ਕੀ ਆ? ਪੜੋ ਦੁਬਾਰਾ ਉਸੇ ਤੋਂ। ਉਹਨਾਂ ਨੇ ਉੱਤਰ ਦੇ ਕੇ ਕਿਹਾ, ਹੇ ਰਾਜਨ, ਸੱਚ ਹੈ। ਤਾਂ ਉਸਨੇ ਉੱਤਰ ਦੇ ਕੇ ਆਖਿਆ, ਭਈ ਵੇਖੋ, ਮੈਂ 4 ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਦਾ ਹਾਂ, ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ। ਉਹਨਾਂ ਨੂੰ ਅੱਗ ਦੇ ਵਿੱਚ ਵੀ ਕੁਝ ਦੁੱਖ ਨਹੀਂ ਆ। ਕਹਿਣ ਦਾ ਮਤਲਬ, ਸ਼ੈਤਾਨ ਜਿੱਥੇ ਵੀ ਤੁਹਾਡੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰੇਗਾ ਨਾ, ਪਰਮੇਸ਼ਰ ਪੂਰੇ ਜਲਾਲ ਦੇ ਨਾਲ ਉੱਥੇ ਮੌਜੂਦ ਹੋਵੇਗਾ। ਹਾਲੇਲੂਇਆ। ਦੇਖਿਆ, ਉਹਨਾਂ ਨੂੰ ਕੋਈ ਮੁਸ਼ਕਲ ਹੀ ਨਹੀਂ ਆ। ਮੈਂ ਤੇ ਖੁੱਲੇ ਮਜ਼ੇ ਦੇ ਨਾਲ ਉਹਨੂੰ ਤੁਰਦੇ ਫਿਰਦੇ ਅੰਦਰ ਦੇਖਦਾ ਆ। ਪੜੋਗੇ। ਅਤੇ ਚੌਥੇ ਦਾ ਸਰੂਪ ਦੇਵਤਿਆਂ ਦੇ ਪੁੱਤਰ ਦਾ ਹੈ। ਫਿਰ ਨਬੂਕਦਨਸਰ ਦੀ ਅੱਗ ਦੀ ਬਲਦੀ ਹੋਈ ਪੱਠੀ ਦੇ ਬੂਹੇ ਦੇ ਨੇੜੇ ਆਇਆ ਅਤੇ ਬੋਲਿਆ, ਹੇ ਸ਼ਦਰਕ, ਮੇਸ਼ਕ, ਅਬਦਨਗੋ, ਅਤ ਮਹਾਨ ਪਰਮੇਸ਼ਰ ਦੇ ਬੰਦਿਓ, ਬਾਹਰ ਨਿਕਲ ਕੇ ਇੱਧਰ ਆਓ। ਤਾਂ ਸ਼ਦਰਕ, ਮੇਸ਼ਕ ਤੇ ਅਬਦਨਗੋ ਅੱਗ ਵਿੱਚੋਂ ਨਿਕਲ ਆਏ। ਕਹਿੰਦਾ, ਅਤ ਮਹਾਨ ਪਰਮੇਸ਼ਰ ਦੇ ਬੰਦਿਓ, ਬਾਹਰ ਨਿਕਲ ਕੇ ਇੱਧਰ ਆਓ। ਕਿੰਨੇ ਜਾਣਿਆਂ ਨੂੰ ਆਵਾਜ਼ ਦਿੱਤੀ ਹੈ? ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ। ਲਿਖਿਆ ਤਿੰਨੇ ਜਾਣੇ ਕੀ ਹੋਏ ਨੇ? ਬਾਹਰ ਆਏ ਨੇ। ਪਰ ਅੰਦਰ ਕਿੰਨੇ ਸੀ? 4। ਹੁਣ ਮੈਂ ਇੱਕ ਸਵਾਲ ਪੁੱਛਦਾ ਤੁਹਾਡੇ ਸਾਰਿਆਂ ਤੋਂ, ਅੰਦਰ ਤੇ 4 ਨੇ ਤੇ ਬਾਹਰ 3 ਕਿਉਂ ਆਏ ਨੇ? ਉਹ ਚੌਥਾ ਕਿਉਂ ਨਹੀਂ ਆਇਆ? ਹੁਣ ਉਹ ਚੌਥਾ ਕਿੱਥੇ ਆ? ਉਹ ਚੌਥਾ ਕਿੱਥੇ ਆ? ਚੌਥਾ ਅੱਜ ਵੀ ਉਸ ਅੱਗ ਦੀ ਬਲਦੀ ਭੱਠੀ 'ਚ ਹੀ ਆ। ਕਿ ਜੇਕਰ ਤੁਹਾਨੂੰ ਕਿਤੇ ਇਸ ਭੱਠੀ 'ਚ ਆਉਣਾ ਪਏ ਨਾ, ਡਰਿਓ ਨਾ, ਮੈਂ ਉੱਥੇ ਹੀ ਆ। ਸ਼ਦਰਕ, ਮੇਸ਼ਕ, ਅਬਦਨਗੋ ਨੂੰ ਮੈਂ ਸੰਭਾਲ ਸਕਦਾ ਸੀ ਤੇ ਤੁਹਾਨੂੰ ਵੀ ਸੰਭਾਲ ਸਕਦਾ ਆ। ਸਾਡਾ ਇੰਤਜ਼ਾਰ ਕਰ ਰਿਹਾ ਹੋ। ਜੇ ਕਿਤੇ ਮੇਰੇ ਕਾਰਨ ਤੁਹਾਨੂੰ ਇਹਨੇ ਕਸ਼ਟ 'ਚ ਜਾਣਾ ਵੀ ਪਏ, ਇਸ ਮੌਤ ਦੀ ਵਾਦੀ 'ਚ ਜਾਣਾ ਵੀ ਪਏ, ਡਰਿਓ ਨਾ, ਮੈਂ ਤੁਹਾਡੇ ਨਾਲ ਆ। ਸ਼ੈਤਾਨ ਜ਼ਬਰਦਸਤੀ ਨਹੀਂ ਝੁਕਾ ਸਕਦਾ ਸਾਨੂੰ। ਪਰਮੇਸ਼ਰ ਦਾ ਆਤਮਾ ਸਾਡੇ ਨਾਲ ਆ। ਪਰਮੇਸ਼ਰ ਖੁਦ ਪੂਰੇ ਜਲਾਲ ਦੇ ਨਾਲ ਸਾਡੇ ਨਾਲ ਆ। ਅੱਗੇ ਪੜ੍ਹਦੇ ਹਾਂ ਜੀ। ਮੱਤੀ ਦੀ ਇੰਜੀਲ 4:3 ਯਿਸੂ ਮਸੀਹ ਦੇ ਨਾਲ ਵੀ ਉਹਨੇ ਇਹੀ ਚਾਲ ਖੇਡਣ ਦੀ ਕੋਸ਼ਿਸ਼ ਕੀਤੀ। ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ, ਫਿਰ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ, ਤੇ ਕਹਿ ਜੋ ਇਹ ਪੱਥਰ ਰੋਟੀਆਂ ਬਣ ਜਾਣ। ਕਹਿ ਜੋ ਇਹ ਪੱਥਰ ਕੀ ਬਣ ਜਾਣ? ਰੋਟੀਆਂ ਬਣ ਜਾਣ। ਹਾਂਜੀ। ਪਰ ਉਹਨੇ ਉੱਤਰ ਦਿੱਤਾ, ਲਿਖਿਆ ਹੈ, ਭਈ ਇਨਸਾਨ ਨਿਰੀ ਰੋਟੀ ਨਾਲ ਹੀ ਨਹੀਂ ਜਿਉਂਦਾ ਰਹੇਗਾ, ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਰ ਦੇ ਮੂੰਹੋਂ ਨਿਕਲਦਾ ਹੈ। ਫਿਰ ਸ਼ੈਤਾਨ ਕੀ ਕਹਿੰਦਾ ਸੀ? ਇਹਨਾਂ ਪੱਥਰਾਂ ਨੂੰ ਕਹਿ ਇਹ ਕੀ ਬਣ ਜਾਣ? ਰੋਟੀਆਂ ਬਣ ਜਾਣ। ਕਹਿਣ ਦਾ ਮਤਲਬ, ਸ਼ੈਤਾਨ ਚਮਤਕਾਰ ਕਰਨ ਦੀ ਕਾਮਨਾ ਜਗਾਉਣਾ ਚਾਹੁੰਦਾ ਸੀ। ਅੱਜ ਕਈਆਂ ਦੇ ਅੰਦਰ ਚਮਤਕਾਰ ਕਰਨ ਦੀ ਕਾਮਨਾ ਪਾਈ ਹੈ ਸ਼ੈਤਾਨ ਨੇ। ਚਮਤਕਾਰ ਕਰੋ, ਚਿੰਨ੍ਹ ਕਰੋ। ਹੁਣ ਲੋਕਾਂ ਨੇ ਤੇ ਆਪਣੇ ਚਰਚਾਂ ਦਾ ਨਾਮ ਰੱਖ ਲਿਆ, ਚਮਤਕਾਰ ਚਰਚ, ਵੰਡਰ ਚਰਚ, ਵੰਡਰ ਐਂਡ ਸਾਈਨ ਚਰਚ। ਪਰਮੇਸ਼ਰ ਦੇ ਵਚਨ ਵਿੱਚ ਲਿਖਿਆ, ਯਹੂਦੀ ਨਿਸ਼ਾਨੀਆਂ ਮੰਗਦੇ ਤੇ ਜਨਾਨੀ ਬੁੱਧ ਪਾਲਦੇ, ਪਰ ਅਸੀਂ ਸਲੀਬ ਦਿੱਤੇ ਮਸੀਹ ਦਾ ਕੀ ਕਰਦੇ ਹਾਂ? ਪ੍ਰਚਾਰ ਕਰਦੇ ਹਾਂ। ਇਸ ਕਾਮਨਾ ਤੋਂ ਬਚੋ, ਚਮਤਕਾਰ ਕਰਨ ਦੀਆਂ ਕਾਮਨਾ ਤੋਂ ਬਚੋ। ਪਰਮੇਸ਼ਰ ਜੇ ਕਰਦਾ ਆ ਤੇ ਪਰਮੇਸ਼ਰ ਨੂੰ ਕਰਨ ਦਿਓ। ਖੁਦ ਉਸ ਚੀਜ਼ ਦੇ ਪਿੱਛੇ ਪੈਣ ਦੀ ਲੋੜ ਨਹੀਂ ਆ। ਕਈ ਰੋਜ਼ੇ ਰੱਖ ਕੇ, ਵਰਤ ਰੱਖ ਕੇ ਜਿੱਦ ਲਾਈ ਬੈਠੇ, ਪਰਮੇਸ਼ਰ ਮੈਨੂੰ ਚਮਤਕਾਰ ਕਰਨ ਦਾ ਵਰਦਾਨ ਦੇ। ਮੇਰੇ ਪਿਆਰਿਓ, ਸਭ ਤੋਂ ਵੱਡਾ ਵਰਦਾਨ ਆ ਪਰਮੇਸ਼ਰ ਦੇ ਵਚਨਾਂ ਦੇ ਦੁਆਰਾ ਦੂਸਰੇ ਦੀ ਜਾਨ ਨੂੰ ਬਚਾ ਦੇਣਾ। ਜੇ ਚਮਤਕਾਰ ਚਾਹੁੰਦੇ ਹੋ, ਇਹ ਚਮਤਕਾਰ ਮੰਗੋ, ਪ੍ਰਭੂ ਮੈਨੂੰ ਆਪਣੇ ਵਚਨਾਂ ਦੀਆਂ ਗਹਿਰਾਈਆਂ ਦੇ, ਪ੍ਰਭੂ ਮੈਨੂੰ ਆਪਣੇ ਵਚਨਾਂ ਦਾ ਗਿਆਨ ਦੇ, ਮੈਨੂੰ ਆਪਣੇ ਵਚਨਾਂ ਦਾ ਪ੍ਰਕਾਸ਼ ਦੇ, ਕਿ ਜਦੋਂ ਮੈਂ ਇਹ ਪ੍ਰਕਾਸ਼ ਨੂੰ ਅੰਧਕਾਰ 'ਚ ਪਏ ਲੋਕਾਂ ਤੱਕ ਪਹੁੰਚਾਵਾਂ, ਸੁਣਾਵਾਂ, ਉਹ ਨਰਕ ਦੀ ਅੱਗ 'ਚੋਂ ਬਾਹਰ ਆ ਜਾਣ। ਸਰੀਰ ਬਚ ਜਾਣਾ ਚਮਤਕਾਰ ਨਹੀਂ ਆ, ਆਤਮਾ ਦਾ ਬਚ ਜਾਣਾ ਦੁਨੀਆ ਦਾ ਸਭ ਤੋਂ ਵੱਡਾ ਚਮਤਕਾਰ ਆ। ਇਹ ਬਣਦਾ ਕਿਹਦੇ ਦੁਆਰਾ, ਹੁੰਦਾ ਕਿਹਦੇ ਦੁਆਰਾ ਆ? ਪਰਮੇਸ਼ਰ ਦੇ ਇਹਨਾਂ ਵਚਨਾਂ ਦੇ ਦੁਆਰਾ। ਅੱਜ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਜੀਵਨ 'ਚ ਪਰਮੇਸ਼ਰ ਚਮਤਕਾਰ ਕਰਨ ਦੀ ਉਹ ਤਾਕਤ ਦੇਵੇ, ਉਹ ਤਾਕਤ ਹੈ ਪਰਮੇਸ਼ਰ ਦਾ ਵਚਨ।
परमेश्वर के वचन ਨੂੰ ਮੰਗੋ, परमेश्वर के वचन दी गहराइयां ਨੂੰ ਮੰਗੋ, परमेश्वर के वचन के भेतां ਨੂੰ ਮੰਗੋ, परमेश्वर के वचन के प्रकाश ਨੂੰ ਮੰਗੋ। यही ही लोकां ਦੀਆਂ ਜਾਨਾਂ ਨੂੰ ਬਚਾਏਗਾ। हालेलुया, धन्यवाद। अपनियां भावना च फस के एवें मर ना जाओ। नंबर 2 पढ़िए जी, मत्ती दी 4:5 वचन। ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ हाँ ਅਤੇ ਹੈਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ, हाँ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ, ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ। ਕਹਿੰਦਾ ਆਪਣੇ ਆਪ ਨੂੰ ਇਸ ਕਿੰਗਰੇ ਤੋਂ ਥੱਲੇ ਡੇਗ ਦੇ ਤੇ ਉਹ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ ਤੇ ਉਹ ਤੈਨੂੰ ਬਚਾ ਲੈਣਗੇ। ਹਾਂ ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। ਹਾਂਜੀ ਯਿਸੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। ਇਹ ਵੀ ਲਿਖਿਆ ਆ ਕਿ ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਤਾ। ਹਾਂ ਫਿਰ ਸ਼ੈਤਾਨ ਬਸ ਇੱਥੇ ਸ਼ੈਤਾਨ ਕੀ ਕਹਿੰਦਾ, ਆਪਣੇ ਆਪ ਨੂੰ ਥੱਲੇ ਡੇਗ ਤੇ ਪਰਮੇਸ਼ਰ ਕੀ ਕਰੇਗਾ ਕਿ ਪ੍ਰਭੂ ਨੂੰ ਪਰਤਾ ਕੇ ਵੇਖਣ ਦੀ ਆਤਮਾ ਕਿ ਪਰਮੇਸ਼ਰ ਮੇਰੇ ਦੁਆਰਾ ਕੰਮ ਕਰਦਾ ਆ ਜਾਂ ਨਹੀਂ ਕਰਦਾ, ਪ੍ਰਭੂ ਮੇਰੇ ਨਾਲ ਹੈ ਜਾਂ ਨਹੀਂ। ਮੇਰੇ ਪਿਆਰਿਓ, ਉਹਨੇ ਵਾਅਦਾ ਕੀਤਾ ਹੈ ਯੁੱਗ ਦੇ ਅੰਤ ਤੱਕ ਸਾਡੇ ਕੀ ਆ, ਉਹਨੂੰ ਪਰਤਾਉਣ ਦੀ ਲੋੜ ਨਹੀਂ ਆ, ਉਹਨੂੰ ਜਮਾਉਣ ਦੀ ਲੋੜ ਨਹੀਂ ਆ। ਪਰਮੇਸ਼ਰ ਹਰ ਹਾਲਾਤ 'ਚ ਸਾਡੀ ਮਦਦ ਕਰਦਾ ਆ, ਇਸ ਕਾਮਨਾ ਤੋਂ ਵੀ ਬਚ ਕੇ। तीसरी कामना जो शैतान ने प्रभु यीशु मसीह दे नाल जिहदे द्वारा चाल चलन दी कोशिश की थी, मत्ती 4:8 और 9। ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦਾ ਜੋ ਉਹਨੂੰ ਵਿਖਾਇਆ। ਹਾਂ ਅਤੇ ਉਹਨੂੰ ਕਿਹਾ, ਜੇ ਤੂੰ ਨਿਉ ਕੇ ਮੱਥਾ ਕਹਿੰਦੇ ਸਾਰੀਆਂ ਪਾਤਸ਼ਾਹੀਆਂ, ਸਾਰਾ ਸੰਸਾਰ, ਸਾਰਾ ਜਲਾਲ, ਸਾਰਾ ਵੈਭਵ ਉਹਨੂੰ ਵਿਖਾਇਆ। ਕਹਿੰਦੇ ਜੇਕਰ ਤੂੰ ਮੱਥਾ ਟੇਕ ਕੇ ਹਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ, ਜੇ ਮੇਰੇ ਸਾਹਮਣੇ ਝੁਕ ਜਾਏ ਤੇ ਮੈਂ ਕੀ ਕਰ ਦਿਆਂਗਾ। ਸੰਸਾਰ ਦੀਆਂ ਕਾਮਨਾ ਅਤੇ ਧਨ ਦੀ ਅਭਿਲਾਸ਼ਾ ਜਾਂ ਪੈਸੇ ਦਾ ਮੋਹ, ਇਸ ਤੀਰ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਮੇਰੇ ਪਿਆਰਿਓ, ਸ਼ੈਤਾਨ ਵੀ ਤੁਹਾਡੇ ਅੰਦਰ ਪੈਸੇ ਦੀ ਔਰ ਸੰਸਾਰ ਦੀਆਂ ਚੀਜ਼ਾਂ ਦੀ ਔਰ ਅਲੱਗ-ਅਲੱਗ ਤਰੀਕੇ ਦੇ ਨਾਲ ਜੋ ਵੀ ਸੰਸਾਰ ਤੇ ਆ ਉਹਨੂੰ ਪ੍ਰਾਪਤ ਕਰਨ ਦੀ ਇੱਕ ਇੱਛਾ ਭਾਵਨਾ ਦੇ ਦੁਆਰਾ ਤੁਹਾਡੇ ਅੰਦਰ ਆਵੇਗਾ। ਪਰ ਜੋ ਮਸੀਹੀ ਨੇ ਉਹਨਾਂ ਦੇ ਲਈ ਕੀ ਆ, ਪਰਮੇਸ਼ਰ ਕਹਿੰਦਾ ਸਭ ਕੁਝ ਮੇਰਾ ਹੀ ਆ, ਧਨ ਦੌਲਤ ਸਭ ਕੁਝ ਉਹਦੀ ਆ। ਜੇ ਤੁਸੀਂ ਉਹਦੇ ਪੁੱਤਰ ਹੋ ਤੇ ਸਭ ਕੁਝ ਤੁਹਾਡਾ ਹੀ ਆ। ਬੇਸ਼ੱਕ ਇਸ ਸਮੇਂ ਤੁਹਾਡੇ ਕੋਲ ਕੁਝ ਨਹੀਂ ਆ, ਚਿੰਤਾ ਨਹੀਂ ਕਰਨ ਦੀ ਲੋੜ। ਪਰਮੇਸ਼ਰ ਚਾਹੁੰਦਾ ਤੁਸੀਂ ਇੰਨੇ ਹੀ ਚਿਰ ਉਹਦੀ ਮਰਜ਼ੀ ਨੂੰ ਪੂਰਾ ਕਰੋ। ਪਰਮੇਸ਼ਰ ਦੇ ਬੱਚੇ, ਪਰਮੇਸ਼ਰ ਦੇ ਲੋਕ ਜਾਂ ਪਰਮੇਸ਼ਰ ਨੂੰ ਮੰਨਣ ਵਾਲੇ ਕਦੇ ਘਬਰਾਉਣ ਨਾ। ਤੁਹਾਡਾ ਪਿਤਾ ਰਾਜਿਆਂ ਦਾ ਰਾਜਾ ਆ, ਤੁਸੀਂ ਉਹਦੇ ਪੁੱਤਰ ਹੋ। ਸ਼ੈਤਾਨ ਨੂੰ ਪੁੱਛੋ ਤੁਸੀਂ ਕੌਣ ਹੋ, ਸ਼ੈਤਾਨ ਨੂੰ ਪੁੱਛੋ ਤੁਹਾਡਾ ਅਸਲੀ ਸਟੇਟਸ ਕੀ ਆ, ਉਹ ਦੱਸੇਗਾ ਇਹ ਰਾਜਿਆਂ ਦੇ ਰਾਜੇ ਦੇ ਪੁੱਤਰ ਆ, ਇਹਨਾਂ ਦਾ ਹੀ ਆ ਸਭ ਕੁਝ। ਹਾਲੇਲੂਇਆ, ਹਾਲੇਲੂਇਆ। ਇਸ ਕਾਰਨ ਇਸ ਸ਼ੈਤਾਨ ਦੀਆਂ ਆਉਣ ਵਾਲੀਆਂ ਕਾਮਨਾਵਾਂ ਤੋਂ ਬਚ ਕੇ ਪੈਸਾ, ਲਾਲਚ, ਮਸ਼ਹੂਰੀ, ਪ੍ਰਸਿੱਧੀ, ਇਹਨਾਂ ਤੀਰਾਂ ਤੋਂ ਬਚਣ ਦੀ ਜ਼ਰੂਰਤ ਹੈ। ਇਹਨਾਂ ਦੇ ਦੁਆਰਾ ਹੀ ਸ਼ੈਤਾਨ ਸਾਨੂੰ ਝੁਕਾਏਗਾ। ਜੇ ਅਸੀਂ ਉਹਦੇ ਅੱਗੇ ਝੁਕ ਗਏ, ਕਿਹਾ ਨਾ ਯਿਸੂ ਮਸੀਹ ਨੂੰ, ਤੂੰ ਮੇਰੇ ਅੱਗੇ ਕੀ ਕਰ ਜਾ, ਇਹਨਾਂ ਦੇ ਕਾਰਨ ਝੁਕ ਜਾ। ਕਿਹਨੂੰ ਝੁਕਾ ਰਿਹਾ, ਜਿਹਦਾ ਆਲਰੇਡੀ ਸਭ ਕੁਝ ਆ। ਹੁਣ ਪਤਾ ਨਾ ਮੇਰਾ ਹੀ ਆ, ਮੈਂ ਤੇ ਬਣਾਇਆ। ਜੇਕਰ ਤੁਸੀਂ ਉਹਦੇ ਪੁੱਤਰ ਬਣ ਕੇ ਵਚਨ ਪੜਿਆ ਸੀ ਨਾ, ਅਸੀਂ ਹੁਣ ਗੁਲਾਮੀ ਦਾ ਆਤਮਾ ਨਹੀਂ ਮਿਲਿਆ, ਰੋਮੀ 8:15। ਹੁਣ ਸਗੋਂ ਸਾਨੂੰ ਪਿਤਾ, ਉਹਨੂੰ ਹੇ ਪਿਤਾ, ਹੇ ਅੱਬਾ ਕਹਿਣ ਦਾ ਕੀ ਮਿਲਿਆ ਆ। ਜੇ ਤੁਸੀਂ ਉਹਦੇ ਪੁੱਤਰ ਹੋ ਤੇ ਸਾਂਝੇ ਅਧਿਕਾਰੀ ਵੀ ਹੋ। ਲਾਲਚ ਨੂੰ ਆਪਣੇ ਜੀਵਨ ਚੋਂ ਕੱਢ ਦਿਓ, ਇਸ ਧਰਤੀ ਦੇ ਧਨ ਦੌਲਤ ਨੂੰ ਆਪਣੇ ਜੀਵਨ ਚੋਂ ਕੱਢ ਦਿਓ। ਮੇਰੇ ਪਿਆਰਿਓ, ਤੁਸੀਂ ਉਸ ਜਗ੍ਹਾ ਤੇ ਜਾਣ ਵਾਲੇ ਹੋ ਜਿੱਥੇ ਸੜਕਾਂ ਵੀ ਸੋਨੇ ਦੀਆਂ ਨੇ। ਉਹ ਨਗਰੀ ਜਿਹੜੀ ਹੀਰੇ ਤੇ ਜਵਾਹਰਾਂ ਦੇ ਕੀ ਹੋਈ ਆ, ਨਾਲ ਬਣੀ ਆ। ਇਸ ਕਰਕੇ ਇਸ ਧਰਤੀ ਤੇ ਧਨ ਦੌਲਤ ਦੇ ਇਸ ਸ਼ੈਤਾਨ ਦੇ ਤੀਰ ਤੋਂ, ਵਿਚਾਰ ਤੋਂ, ਜਾਲ ਤੋਂ ਬਚ ਕੇ ਇੱਕ ਵਚਨ ਪੜਾਂਗੇ, ਮੱਤੀ ਦੀ ਇੰਜੀਲ 16:18 और 19 वचन। ਮੈਂ ਸਵਰਗ ਦੇ ਰਾਜ ਜਾਵਾਂਗਾ, ਕਹਿੰਦਾ ਮੈਂ ਸਵਰਗ ਦੇ ਰਾਜ ਦੀਆਂ 18 ਪੜਦੀ ਪਹਿਲਾਂ।
ਅਤੇ ਮੈਂ ਵੀ ਤੈਨੂੰ ਆਖਦਾ ਹਾਂ, ਕਹਿੰਦਾ ਮੈਂ ਵੀ ਤੈਨੂੰ ਆਖਦਾ ਹਾਂ, ਜੋ ਤੂੰ ਪਤਰਸ ਹੈ, ਜੋ ਤੂੰ ਪਤਰਸ ਹੈ, ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ, ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਨੂੰ ਬਣਾਵਾਂਗਾ, ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਾ ਚੱਲੇਗਾ। ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੋਈ ਵੀ ਵਸ ਨਹੀਂ ਚੱਲੇਗਾ। ਮੈਂ ਸੁਰਗ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ। ਦੇਖੋ ਤੁਹਾਡੇ ਕੋਲ ਕੀ ਆ, ਸਵਰਗ ਦੇ ਰਾਜ ਦੀਆਂ ਚਾਬੀਆਂ ਨੇ। ਹਾਂ, ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ, ਹਾਂ, ਸਵਰਗ ਵਿੱਚ ਬੰਨਿਆ ਉਹ ਜਾਵੇਗਾ, ਸਵਰਗ 'ਚ ਬੰਨਿਆ ਜਾਵੇਗਾ, ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ, ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ, ਸਵਰਗ ਵਿੱਚ ਖੋਲਿਆ ਉਹ ਜਾਵੇਗਾ। ਸਵਰਗ 'ਚ ਖੋਲਿਆ ਜਾਵੇਗਾ। ਹਾਲੇਲੂਇਆ। ਇੰਨਾ ਅਧਿਕਾਰ ਆ ਤੁਹਾਡੇ ਕੋਲ। ਤੁਹਾਡੇ ਕੋਲ ਸਵਰਗ ਰਾਜ ਦੀਆਂ ਚਾਬੀਆਂ ਨੇ। ਇਹ ਮੰਗਣੀ ਦੇ ਪ੍ਰਭੂ ਕਹੋ ਮੈਨੂੰ ਸਵਰਗ ਦੀ ਚਾਬੀ ਦੇ। ਕਹਿਣ ਦਾ ਮਤਲਬ ਸਵਰਗ ਦੀ ਚਾਬੀ ਹੈ ਪਰਮੇਸ਼ਰ ਦਾ ਵਚਨ। ਤੁਸੀਂ ਇਸ ਵਚਨ ਦੇ ਦੁਆਰਾ ਲੋਕਾਂ ਨੂੰ ਨਰਕ ਤੋਂ ਸਵਰਗ 'ਚ ਪਹੁੰਚਾ ਸਕਦੇ ਹੋ। ਸ਼ੈਤਾਨ ਸਾਨੂੰ ਜ਼ਬਰਦਸਤੀ ਨਹੀਂ ਝੁਕਾ ਸਕਦਾ। ਸ਼ੈਤਾਨ ਸਾਡੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ। ਉਹ ਇਹਨਾਂ ਵਿਚਾਰਾਂ ਦੇ ਦੁਆਰਾ, ਇਹਨਾਂ ਇੱਛਾ ਦੇ ਦੁਆਰਾ। ਮੈਂ ਚਾਹੁੰਦਾ ਇੱਕ ਵਾਰੀ ਫੇਰ ਅਸੀਂ ਯਾਕੂਬ ਦੀ ਪੱਤਰੀ 1 ਬਾਬ ਉਹਦਾ 14 ਵਚਨ ਤੋਂ ਪੜ੍ਹ ਕੇ ਸਮਾਪਤ ਕਰਾਂਗੇ। ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਹੈ, ਹਰ ਕੋਈ ਤਦ ਹੀ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਪੁਚਲਾਇਆ ਜਾਂਦਾ ਹੈ। ਜਦੋਂ ਆਪਣੀ ਹੀ ਕਾਮਨਾ ਦੇ ਨਾਲ ਲੁਭਾਇਆ ਔਰ ਪੁਚਲਾਇਆ ਜਾਂਦਾ ਹੈ। ਤਦ ਕਾਮਨਾ ਗਰਭਣੀ ਹੋਈ। ਜੇਕਰ ਤੁਸੀਂ ਉਸ ਕਾਮਨਾ ਨੂੰ ਬਾਹਰ ਨਹੀਂ ਕੱਢੋਗੇ, ਉਹ ਕਾਮਨਾ ਤੁਹਾਡੇ ਅੰਦਰ ਹੀ ਰਹੇਗੀ ਇੱਕ ਗਰਭਵਤੀ ਔਰਤ ਦੀ ਤਰ੍ਹਾਂ, ਤਾਂ ਪਾਪ ਨੂੰ ਜਣਦੀ ਹੈ। ਤਾਂ ਤੁਸੀਂ ਇੱਕ ਦਿਨ ਜਿਸ ਤਰ੍ਹਾਂ ਗਰਭਵਤੀ ਔਰਤ ਬੱਚੇ ਨੂੰ ਜਨਮ ਦਿੰਦੀ ਆ, ਤੁਸੀਂ ਪਾਪ ਕਰ ਦਿਓਗੇ। ਹਾਂ, ਅਤੇ ਪਾਪ ਜਾਂ ਪੂਰੇ ਇਹ ਕਾਮਨਾ ਕੁਝ ਵੀ ਹੈ। ਪਹਿਲਾਂ ਮੈਂ ਸਮਝਾ ਚੁੱਕਾ, ਲਾਲਚ, ਵਿਚਾਰ, ਹੋਰ ਕਈ ਤਰ੍ਹਾਂ ਦੀਆਂ ਨੇ ਇਹ ਸ਼ੈਤਾਨ ਦੀਆਂ ਚਾਲਾਂ, ਜਿਹੜੀਆਂ ਕਿ ਵਿਚਾਰਾਂ ਦੁਆਰਾ ਔਰ ਸਾਡੇ ਅੰਦਰ ਉਹਨਾਂ ਦੀਆਂ ਇੱਛਾਵਾਂ ਨੂੰ ਪਾ ਕੇ ਆਪਣੇ ਵਿਚਾਰਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਜੇ ਇਹਨਾਂ ਤੋਂ ਬਚ ਗਏ ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਜੇ ਹੈ, ਨਹੀਂ ਬਚੇ ਤੇ ਜਦੋਂ ਪੂਰੇ ਵਿਦ ਨੂੰ ਪੁੱਛੇਗਾ ਤਾਂ ਮੌਤ ਨੂੰ ਜਨਮ ਦਿੰਦਾ ਹੈ। ਤਾਂ ਮੌਤ ਨੂੰ ਕੀ ਦੇਵੇਗਾ? ਜਨਮ ਦਿੰਦਾ ਹੈ। ਇਹ ਛੋਟਾ ਵਿਚਾਰ ਤੁਹਾਡੇ ਜੀਵਨ ਚ ਆਇਆ, ਇੱਕ ਛੋਟਾ ਜੀ ਕਾਮਨਾ, ਛੋਟਾ ਜਿਹਾ ਵਿਚਾਰ ਤੁਹਾਨੂੰ ਨਰਕ ਚ ਲੈ ਕੇ ਜਾ ਸਕਦਾ ਆ। ਪਾਪ ਜਦੋਂ ਆਪਣੇ ਪੂਰੇ ਵਿਦ ਨੂੰ ਪਹੁੰਚੇਗਾ ਤੇ ਮੌਤ ਨੂੰ ਜਨਮ ਦੇਗਾ। ਪਾਪ ਦੀ ਮਜ਼ਦੂਰੀ ਮੌਤ ਹੈ। ਸ਼ੈਤਾਨ ਛੋਟੇ ਛੋਟੇ ਵਿਚਾਰਾਂ ਨੂੰ ਪਾ ਕੇ ਤੁਹਾਡੇ ਕੋਲ ਪਾਪ ਕਰਵਾਉਣਾ ਚਾਹੁੰਦਾ ਹੈ। ਉਹਨੂੰ ਪਤਾ ਇਹਨੇ ਪਾਪ ਕਰ ਲਿਆ, ਇਹ ਨਰਕ ਚ ਜਾਏਗਾ। ਇਸ ਕਾਰਨ ਮੇਰੇ ਪਿਆਰਿਓ, ਅੱਜ ਦਾ ਵਚਨ ਇਹੀ ਹੈ, ਸ਼ੈਤਾਨ ਜ਼ਬਰਦਸਤੀ ਨਹੀਂ ਝੁਕਾਏਗਾ। ਉਹਦੀਆਂ ਚਾਲਾਂ ਤੋਂ ਅਣਜਾਣ ਨਾ ਰਹੋ, ਉਹਦੇ ਚਾਲਾਂ ਤੋਂ ਜਾਣੂ ਰਹੋ ਕਿ ਕਿਤੇ ਤੁਹਾਡੇ ਤੇ ਹੱਥ ਨਾ ਕਰ ਜਾਵੇ, ਕਿਤੇ ਤੁਹਾਡੇ ਤੇ ਦਾਅ ਨਾ ਚੱਲ ਜਾਵੇ। ਉਹਦੇ ਦਾਅ ਨੇ ਮੋਹ ਇੱਛਾਵਾਂ ਦੇ ਉੱਤੇ ਲਾਲਚ ਦੇ ਉੱਤੇ ਜਿੱਤ ਪਾ ਲਓ। ਮੋਹ ਇੱਛਾ ਔਰ ਆਪਣੇ ਲਾਲਚ ਤੇ ਕੀ ਪਾ ਲਓ? ਸ਼ੈਤਾਨ ਦੇ ਹਥਿਆਰ ਨਹੀਂ ਚੱਲਣਗੇ। ਇੱਕ ਫਤਿਹਮੰਦ ਜੀਵਨ ਜੀਓਗੇ। ਸ਼ੈਤਾਨ ਵੀ ਤੁਹਾਡੇ ਸਾਹਮਣੇ ਆਏਗਾ, ਘੁਟਨੇ ਟੇਕ ਕੇ ਚਾਹੇਗਾ ਇਹਦੇ ਵਿੱਚ ਮੇਰਾ ਕੋਈ ਵੀ ਮਾਲ ਨਹੀਂ ਹੈ। तो आइए ਅਸੀਂ ਸਭ ਪ੍ਰਾਰਥਨਾ ਕਰਾਂਗੇ। ਪ੍ਰਭੂ ਇੱਕ ਇੱਕ ਨੂੰ ਇਸ ਵਚਨਾਂ ਤੇ ਚੱਲਣ ਦੀ ਪਿਤਾ ਫਜ਼ਲ ਦੇ। ਹਾਲੇਲੂਇਆ। ਸਰਵਸ਼ਕਤੀਮਾਨ ਪਿਤਾ ਪਰਮੇਸ਼ਰ, ਅਸੀਂ ਤੇਰੇ ਧੰਨਵਾਦੀ ਹਾਂ ਅੱਜ ਦੇ ਇਹਨਾਂ ਸੁੰਦਰ ਵਚਨਾਂ ਦੇ ਲਈ। ਪਿਤਾ ਆਪਣੇ ਵਚਨਾਂ ਦੁਆਰਾ ਸਾਨੂੰ ਦਲੇਰ ਕੀਤਾ ਕਿ ਸ਼ੈਤਾਨ ਸਾਨੂੰ ਜ਼ਬਰਦਸਤੀ ਨਹੀਂ ਝੁਕਾ ਸਕਦਾ। ਉਹ ਜ਼ਬਰਦਸਤੀ ਕਰੇਗਾ ਉਹਦਾ ਆਪਣਾ ਨੁਕਸਾਨ ਹੋਏਗਾ। ਇਸ ਕਾਰਨ ਪ੍ਰਭੂ ਤੇਰੇ ਨਾਲ ਵਚਨਾਂ ਤੇ ਚੱਲਣ ਦੀ ਸਾਨੂੰ ਤੂੰ ਕੂਵਤ ਦੇ। ਹਰ ਸਮੇਂ ਅਸੀਂ ਆਪਣਾ ਧਿਆਨ ਰੱਖੀਏ, ਜਾਗਦੇ ਰਹੀਏ, ਪ੍ਰਾਰਥਨਾ ਕਰਦੇ ਰਹੀਏ, ਕਿਤੇ ਸ਼ੈਤਾਨ ਦੇ ਕਿਸੇ ਚਾਲ ਚ ਨਾ ਪੈ ਜਾਈਏ ਪਿਤਾ। ਹਰ ਲਾਲਚ ਤੋਂ, ਹਰ ਕਮੰਡ ਤੋਂ, ਹਰ ਬੁਰੀ ਲਾਲਸਾ ਤੋਂ ਸਾਨੂੰ ਦੂਰ ਰਹਿਣ ਦੀ ਪਿਤਾ ਤੂੰ ਮਦਦ ਕਰ। ਤੇਰਾ ਪਵਿੱਤਰ ਆਤਮਾ ਸਾਡੀ ਸਹਾਇਤਾ ਕਰੇਗਾ ਪਿਤਾ। ਹਰ ਗੱਲ ਚ ਆਪਣੇ ਬੱਚਿਆਂ ਨੂੰ ਅੱਗੇ ਵਧਾ। ਇਹਨਾਂ ਦਿਨਾਂ ਚ ਆਪਣੇ ਆਪ ਨੂੰ ਜਾਂਚਦੇ ਹੋਏ, ਆਪਣੇ ਆਪ ਨੂੰ ਪਰਖਦੇ ਹੋਏ, ਆਪਣੀ ਹਰ ਕਮੀ, ਹਰ ਗੱਡੀ ਨੂੰ ਦੂਰ ਕਰਦੇ ਜਾਣ ਪਿਤਾ। ਤੇਰੀ ਜੋਰਾਵਰ ਹੱਥਾਂ ਸੌਂਪਦੇ ਹਾਂ, ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ, आमीन। हालेलुया। हालेलुया। सब नु जय मसीह दी। तो प्रभु ने चाहा तो कल इतवार या कल फिर ठीक 11 बजे सब असी इसे लाइव प्रोग्राम के द्वारा ही परमेश्वर के कदमां 'ਚ इकट्ठे होवांगे। तुसी सब 10 बजे तो अपने घरां दे विच जिथे भी तुसी बैठदे हो बैठ के आराधना करियो, प्रार्थना करियो, गीत भजन गायो। पूरे 11 बजे वचन दे लई मैं लाइव हो जावांगा। धन्यवाद हो परमेश्वर दा, सानू सबना नू संभालिया। तो सब अपने आप नू ਤਿਆਰ ਕਰਦੇ ਰਹੀਏ, ਕੱਲ ਦੀ ਆਰਾਧਨਾ ਦੇ ਲਈ ਤਿਆਰ ਕਰੀਏ, ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਜੀਵਨ ਬਤੀਤ ਕਰੀਏ। ਅੱਜ ਸਿੱਖਿਆ ਸੀ ਸ਼ੈਤਾਨ ਸਾਨੂੰ ਜ਼ਬਰਦਸਤੀ
ਨਹੀਂ ਚੁਕਾ ਸਕਦਾ। ਉਹਦੇ ਵਿਚਾਰਾਂ, ਉਹਦੀਆਂ ਇਹ ਸੋਚਾਂ ਔਰ ਉਹਦੀਆਂ ਕਾਮਨਾ ਤੋਂ ਬਚ ਕੇ ਰਹਿਣਾ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇ।